ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਬ ਨਾਦਰ ਕਾਬਲ ਗਇਓ ਸੁਨੋ ਜੋ ਖਾਨੋ ਕੀਨ। ਚਯੋ ਆਪਨੇ ਦੇਸ਼ ਮੈਂ ਸਿੰਘਨ ਰੈਨ ਨ ਦੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਪਿਛਲੇ ਪਹਿਰਾਂ ਦੇ ਸਜੇ ਦੀਵਾਨਾਂ 'ਚ ਜੁੜ ਕੇ ਸਤਿਗੁਰਾਂ ਦੇ ਸਾਜੇ ਔਰ ਨਿਵਾਜੇ ਹੋਏ ਖਾਲਸੇ ਪੰਥ ਦਾ ਇਤਿਹਾਸ, ਸ਼ਾਨਾ ਮੱਤਾ ਤੇ ਮਾਨਾ ਮੱਤਾ ਇਤਿਹਾਸ, ਸੂਰਬੀਰਾਂ ਦਾ, ਬਹਾਦਰਾਂ ਦਾ, ਯੋਧਿਆਂ ਦਾ, ਮਰਦਾਂ ਤੇ ਦਲੇਰਾਂ ਦਾ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ।
ਬੜਿਆਂ ਬਾਰੇ ਕਿਹਾ ਜਾਂਦਾ ਹੈ ਕਿ ਫਲਾਣੀ ਕੌਮ ਫਲਾਣੇ ਵੇਖੋ ਜੀ ਉਹ ਕਿੰਨੇ ਸੂਰਮੇ ਨਿਕਲੇ, ਕਿੰਨਾ ਉਹਨਾਂ ਨੇ ਸੂਰਮਤਾਈ ਕੀਤੀ। ਪਰ ਖਾਲਸੇ ਦੀ ਸੂਰਬੀਰਤਾ ਦੇ ਸਨਮੁਖ ਦੁਨੀਆ ਦੀਆਂ ਵੱਖੋ ਵੱਖਰੀਆਂ ਵੱਡੀਆਂ ਵੱਡੀਆਂ ਸੂਰਬੀਰ ਕੌਮਾਂ ਦੀ ਸੂਰਬੀਰਤਾ ਫੌਕੀ ਹੈ, ਕਿਉਂਕਿ ਖਾਲਸੇ ਦੀ ਸੂਰਬੀਰਤਾ ਦੀ ਤਲਵਾਰ ਕਿਸੇ ਔਰਤ ਤੇ ਨਹੀਂ ਚੱਲੀ। ਉਹ ਕਿਸੇ ਗਰੀਬ ਤੇ ਮਜਲੂਮ ਤੇ ਨਹੀਂ ਚੱਲੀ। ਇਸ ਕਰਕੇ ਖਾਲਸਾ ਸ੍ਰੇਸ਼ਟ ਹੈ, ਸਰਵੋਤਮ ਹੈ। ਇਹ ਅਕਾਲ ਪੁਰਖ ਕੀ ਫੌਜ ਹੈ। ਨਾਦਰ ਅਫਗਾਨੀ ਸੀ, ਭੇਡਾਂ ਚਾਰਦਾ ਆਪਣੇ ਮਾਲਕ ਦਾ ਕਤਲ ਕਰਕੇ ਜਰਨੈਲ ਬਣ ਗਿਆ। ਹਿੰਦੁਸਤਾਨ ਦੇ ਉੱਤੇ ਚੜ੍ਹ ਕੇ ਆਇਆ, ਇੱਕ ਨਹੀਂ ਅਨੇਕਾਂ ਹੱਲੇ ਕੀਤੇ। ਇਤਨਾ ਨਿਰਦਈ ਤੇ ਦੁਸ਼ਟ ਬਿਰਤੀ ਸੀ ਇਸ ਨਾਦਰ ਦੀ ਕਿ ਜਦੋਂ ਦਿੱਲੀ ਤੱਕ ਚੱਲ ਕੇ ਆਇਆ ਤੇ ਇੱਕ ਦਿਨ ਵਿੱਚ ਕਿਸੇ ਨੇ ਝੂਠੀ ਅਫਵਾਹ ਫੈਲਾ ਦਿੱਤੀ, 2-4 ਸਿਪਾਹੀ ਇਹਦੇ ਮਾਰ ਦਿੱਤੇ। ਦਿੱਲੀ ਦੇ ਬਾਜ਼ਾਰਾਂ ਵਿੱਚ 70,000 ਤੋਂ ਵੱਧ ਲੋਕਾਂ ਨੂੰ ਕਤਲ ਕਰਕੇ ਮਿੱਟੀ 'ਚ ਗਰਕ ਕਰ ਦਿੱਤਾ ਇਹਨੇ ਇੱਕੋ ਦਿਨ 'ਚ। ਇਸ ਅਫਗਾਨੀ ਨੂੰ ਕਿਵੇਂ ਕਿਹਾ ਜਾ ਸਕਦਾ ਇਹ ਦਲੇਰ ਹੈ? ਦਲੇਰ ਉਹ ਸਨ ਜਦੋਂ ਇਹ ਨਾਦਰ ਅਫਗਾਨੀ ਹਿੰਦੁਸਤਾਨ ਨੂੰ ਲੁੱਟ ਕੇ ਲਿਜਾ ਰਿਹਾ ਸੀ ਤੇ ਜਿਸ ਵਕਤ ਜਮਨਾ ਪਾਰ ਕਰਕੇ ਆਇਆ, ਪੰਜਾਬ ਦੇ ਖਿੱਤੇ ਵਿੱਚ ਆਪਣੇ ਪੈਰ ਪਾਏ ਤੇ ਯੋਧਿਆਂ ਨੇ ਮਰਦਾਂ ਨੇ ਦਾ ਰਾਹ ਰੋਕਿਆ। ਹਿੰਦੁਸਤਾਨ ਦਾ ਤਖਤ ਤਾਊਸ ਲੁੱਟ ਕੇ ਲੈ ਕੇ ਜਾ ਰਿਹਾ, ਜਿਹਦੀ ਕੀਮਤ ਉਸ ਵੇਲੇ 9 ਕਰੋੜ ਰੁਪਏ ਤੋਂ ਵੱਧ ਸੀ। ਬੜੇ ਬੜੇ ਕੀਮਤੀ ਸ਼ਬਜ ਪੰਨੇ, ਹੀਰੇ ਮੋਤੀ, ਕੋਹਿਨੂਰ ਵਰਗੇ ਹੀਰੇ ਇਹ ਲੁੱਟ ਕੇ ਲਿਜਾ ਰਿਹਾ ਸੀ। ਸਾਡੇ ਦੇਸ਼ ਦਾ ਸਰਮਾਇਆ ਇਹ ਲੁੱਟ ਕੇ ਨਾ ਲਿਜਾ ਸਕੇ, ਉਹਦੇ ਵਾਸਤੇ ਖਾਲਸੇ ਪੰਥ ਨੇ ਜਾ ਕੇ ਦਾ ਅੱਗਾ ਰੋਕਿਆ, ਕਿਸੇ ਹੋਰ ਨੇ ਨਹੀਂ। ਖਾਲਸਾ ਸੂਰਮਾ ਲਾਹੌਰ ਪਹੁੰਚਿਆ, ਜ਼ਕਰੀਆ ਨੂੰ ਪੁੱਛਦਾ ਇਹ ਕੌਣ ਨੇ ਜਿਹੜੇ ਮੈਨੂੰ ਲੁੱਟਣ ਵਾਲੇ ਨੇ? ਮੈਂ ਤਾਂ ਹਿੰਦੁਸਤਾਨ ਲੁੱਟਣ ਆਇਆ। ਤੇ ਜ਼ਕਰੀਆ ਕਹਿੰਦਾ ਜੀ ਇਹਨਾਂ ਦਾ ਕਿਹੜਾ ਕੋਈ ਰਾਜ ਹੈ, ਇਹਨਾਂ ਦਾ ਕਿਹੜਾ ਕੋਈ ਦੇਸ਼ ਹੈ। ਇਹ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ, ਚਲਦਿਆਂ ਖਾਂਦੇ ਨੇ, ਬੈਠਿਆਂ ਹੀ ਸੌਂ ਜਾਂਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ। ਪ੍ਰਸ਼ਾਦਾ ਮੁੱਕ ਜਾਏ ਨਾ ਹੋਵੇ ਛਕਣ ਨੂੰ ਤਾਂ ਕਹਿੰਦੇ ਨੇ ਲੰਗਰ ਮਸਤ ਹੋ ਗਿਆ। ਅਲੂਣਾ ਸਾਗ ਮਿਲਦਾ ਖਾਣ ਨੂੰ। ਇਹੋ ਜਿਹੇ ਯੋਧੇ ਨੇ ਕਿ ਜੇ ਕਿਸੇ ਨੇ ਲੂਣ ਫੜਿਆ ਹੋਵੇ ਤੇ ਉਹਨੂੰ ਰਸੀਆ ਦੱਸਦੇ ਨੇ ਵੀ ਰਸੀਆ। ਨਾਦਰ ਦੇ ਮੂੰਹ ਇਹ ਬੋਲ ਨਿਕਲੇ ਸੀ, ਜੇ ਕੌਮ ਐਸੀ ਕੌਮ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਦਾ ਆਪਣਾ ਖਿੱਤਾ ਤੇ ਆਪਣਾ ਰਾਜ ਹੋਵੇਗਾ। ਇਹਨਾਂ ਅਫਗਾਨੀਆਂ ਨੂੰ ਟੱਕਰ ਦੇਣ ਵਾਲਾ ਕੇਵਲ ਖਾਲਸਾ ਸੀ। ਕਾਬਲ ਤੇ ਕੰਧਾਰ ਤੱਕ ਦੀਆਂ ਕੰਧਾਂ ਤੱਕ ਖਾਲਸੇ ਰਾਜ ਦੇ ਚਿੰਨ੍ਹ ਨੇ। ਤੋ ਨਾਦਰ ਬੜੇ ਭਾਰੀ ਜ਼ੁਲਮ ਕਰਕੇ ਗਿਆ, ਉਹ ਪਿੱਛੇ ਆਪ ਜੀ ਨੇ ਸੁਣੀ। ਹੁਣ ਜਦੋਂ ਜ਼ਕਰੀਏ ਨੇ ਵੇਖਿਆ ਕਿ ਸਾਡੀ ਤੋਹੀਨ ਹੋਈ ਹੈ, ਇਹ ਵੇਖੋ ਇਦਾਂ ਦੇ ਇਹਨਾਂ ਨੂੰ ਬੁਲਾ ਕੇ ਲਿਆਉਂਦੇ ਲੁੱਟਣ ਵਾਸਤੇ ਪੰਜਾਬ ਹਿੰਦੁਸਤਾਨ। ਕਹਾਉਂਦੇ ਆਪਣੇ ਆਪ ਨੂੰ ਰਾਖੇ ਸੀ ਵੀ ਅਸੀਂ ਇਸ ਦੇਸ਼ ਦੇ ਰਾਖੇ, ਪਰ ਆਪਣੇ ਕੁਰਸੀ ਨੂੰ ਬਹਾਲ ਰੱਖਣ ਵਾਸਤੇ ਖੁਦ ਬੁਲਾਉਂਦੇ ਰਹੇ। ਕਦੇ ਅਬਦਾਲੀ ਨੂੰ ਸੱਦ ਲੈਂਦਾ ਸੀ ਕੋਈ, ਕਦੇ ਪਹਿਲਾਂ ਨਾਦਰ ਨੂੰ ਸੱਦਦੇ ਰਹੇ। ਇਹ
ਕੇਵਲ ਖਾਲਸੇ ਨੇ ਇਹਨਾਂ ਦੇ ਦੰਦ ਖੱਟੇ ਕੀਤੇ। ਆਓ ਆਪਣਾ ਇਹ ਸ਼ਾਨਾ ਮੱਤਾ ਤੇ ਮਾਨਾ ਮੱਤਾ ਇਤਿਹਾਸ, ਆਪਣੇ ਪੁਰਖਿਆਂ ਦਾ ਇਤਿਹਾਸ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਉਹਨਾਂ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਨਾਦਰ ਕਾਬਲ ਗਇਓ, ਸੁਨੋ ਜੋ ਖਾਨੋ ਕੀਨ। ਨਾਦਰ ਜਦੋਂ ਕਾਬਲ ਵਾਪਸ ਚਲਾ ਗਿਆ ਤਾਂ ਸੁਣੋ ਪਿੱਛੇ ਖਾਨੂ ਨੇ, ਯਾਨੀ ਕਿ ਜ਼ਕਰੀਆ ਖਾਨ ਨੇ ਜੋ ਬਾਅਦ ਵਿੱਚ ਕੀਤਾ ਉਹ ਸੁਣੋ। ਇਹ ਕਾਬਲ ਕੰਧਾਰ ਪਹਿਲਾਂ ਹਿੰਦੁਸਤਾਨ ਦੀ ਹੱਦ ਵਿੱਚ ਸਨ। ਇਹ ਨਾਦਰ ਨੇ ਇਹਨੂੰ ਮੁੜ ਕੇ ਅਫਗਾਨਿਸਤਾਨ ਦੇ ਵਿੱਚ ਨਾਲ ਰਲਾਇਆ ਸੀ ਇਸ ਇਲਾਕੇ ਨੂੰ। ਸੁਣੋ ਉਸ ਖਾਨੂ ਦੀ ਬਾਤ। ਜਾਇਓ ਆਪਣੇ ਦੇਸ਼ ਮੈਂ, ਸਿੰਘਨ ਰਹਿਨ ਨਦੀਨ। ਜਦੋਂ ਨਾਦਰ ਚਲਾ ਗਿਆ ਤੇ ਜ਼ਕਰੀਏ ਨੂੰ ਨਮੋਸ਼ੀ ਆਈ। ਉਹਨੇ ਆਖਿਆ ਇਹਨਾਂ ਸਿੰਘਾਂ ਕਰਕੇ ਮੇਰੀ ਨਾਦਰ ਅੱਗੇ ਬੇਹੁਰਮਤੀ ਹੋਈ ਹੈ ਕਿ ਮੈਂ ਇਹਨਾਂ ਨੂੰ ਕਾਬੂ ਨਹੀਂ ਕਰ ਸਕਿਆ। ਇਹਨੇ ਹੁਣ ਖਾਲਸੇ ਦੇ ਉੱਤੇ ਸਖਤੀ ਦਾ ਦੌਰ ਲਿਆਂਦਾ। ਪੰਥ ਦੇ ਉੱਤੇ ਜਿਹੜਾ ਸਖਤੀ ਦਾ ਦੌਰ ਲਿਆਉਣ ਵਾਲੇ ਸਨ ਉਹਨਾਂ ਵਿੱਚ ਇੱਕ ਜ਼ਕਰੀਆ ਹੈ, ਮੀਰ ਮੰਨੂ ਹੈ, ਅਬਦੁਲ ਸਮੁੰਦ ਖਾਨ ਦੇ ਵੇਲੇ ਵੀ। ਤੋ ਇਹ ਜਰਵਾਣੇ ਹਨ। ਖਾਨੂ ਇਹਨੂੰ ਕਹਿੰਦੇ ਆ ਖਾਲਸੇ। ਤੋ ਖਾਨੂ ਨੇ ਜਿਵੇਂ ਸਿੰਘਾਂ ਦੇ ਨਾਲ ਕੀਤਾ, ਇਹ ਕਹਿੰਦਾ ਮੈਂ ਆਪਣੇ ਇਸ ਦੇਸ਼ ਵਿੱਚ ਇਹਨਾਂ ਸਿੰਘਾਂ ਨੂੰ ਰਹਿਣ ਹੀ ਨਹੀਂ ਦੇਣਾ। ਹਾਂਜੀ। ਚੋਪਈ ਨਵਾਬ ਨਾਦਰ ਤੇ ਨਮੋਸ਼ੀ ਆਈ। ਨਾਦਰ ਦੇ ਕੋਲੋਂ ਇਹਨੂੰ ਨਮੋਸ਼ੀ ਆਈ। ਉਹਨੇ ਲਾਹਨਤ ਪਾਈ, ਉਹ ਤੂੰ ਕਾਹਦਾ ਖਾਨ ਬਹਾਦਰ ਹੈ? ਨਾਂ ਦਾ ਹੀ ਬਹਾਦਰ ਹੈ। ਤੇਰੇ ਕੋਲੋਂ ਆ ਜਿਹੜੇ ਸਿੰਘ ਨੇ ਤਾਂ ਕਾਬੂ ਨਹੀਂ ਆਉਂਦੇ, ਉਹ ਮੈਨੂੰ ਲੁੱਟੀ ਜਾਂਦੇ ਆ ਰਸਤੇ ਵਿੱਚ, ਮੈਂ ਹਿੰਦੁਸਤਾਨ ਲੁੱਟਣ ਆਇਆ। ਇਹਨੂੰ ਇਸ ਗੱਲ ਦੀ ਬੜੀ ਨਮੋਸ਼ੀ ਆਈ। ਤਿਉ ਤਿਉ ਲਾਗੋ ਕਰਨ ਬੁਰਾਈ। ਇਹ ਉਸੇ ਤਰ੍ਹਾਂ ਸਿੰਘਾਂ ਦੇ ਨਾਲ ਬੁਰਾਈ ਕਰਨ ਲੱਗਾ, ਸਿੰਘਾਂ ਦੇ ਪ੍ਰਤੀ ਵੈਰ ਚਿਤਵਣ ਲੱਗਾ। ਟੋਲ ਟੋਲ ਸਿੰਘਨ ਕੋ ਮਾਰੇ। ਇਹਨੇ ਹੁਕਮ ਕੀਤਾ ਸਿਪਾਹੀਆਂ ਨੂੰ, ਹਰਿਆਊ ਦਸਤੇ ਫੇਰੇ ਕਿ ਜਿੱਥੇ ਸਿੰਘ ਲੱਭਦੇ ਨੇ ਲੱਭ ਲੱਭ ਕੇ ਉਹਨਾਂ ਨੂੰ ਮਾਰਨਾ। ਇਹਨੇ ਆਪ ਬਹੁਤ ਸਾਰੇ ਸਿੰਘ ਕਤਲ ਕੀਤੇ, ਸ਼ਹੀਦ ਕੀਤੇ। ਜੈਸੇ ਮਾਰੇ ਟੋਲ ਸ਼ਿਕਾਰੀ। ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਲੱਭ ਕੇ ਮਾਰਦਾ ਨਾ, ਇਦਾਂ ਸਿੰਘਾਂ ਨੂੰ ਪਿੰਡ ਪਿੰਡ 'ਚ ਨਗਰ ਨਗਰ ਵਿੱਚ ਲੱਭ ਕੇ ਸ਼ਿਕਾਰ ਸਮਝ ਕੇ ਮਾਰਿਆ ਜਾਣ ਲੱਗਾ। ਜਿਹੜੇ ਆਮ ਗ੍ਰਿਸ਼ਤੀ ਸਿੰਘ ਸਨ, ਘਰਾਂ 'ਚ ਰਹਿਣ ਵਾਲੇ ਕਾਰੋਬਾਰੀ, ਉਹਨਾਂ ਨੂੰ ਵੀ ਫੜ ਫੜ ਕੇ ਕੋਹ ਕੇ ਮਾਰਨ ਲੱਗੇ। ਜੋ ਸਿੰਘਨ ਕੋ ਆਨ ਬਤਾਵੇ। ਜਿਹੜਾ ਕੋਈ ਆ ਕੇ ਦੱਸ ਪਾਉਂਦਾ ਸਿੰਘਾਂ ਬਾਰੇ ਵੀ ਫਲਾਣੀ ਥਾਂ ਤੇ ਫਲਾਣੇ ਘਰ 'ਚ ਸਿੰਘ ਵੇਖਿਆ ਅਸੀਂ, ਫਲਾਣੇ ਨਗਰ ਦੇ ਵਿੱਚ ਅਸੀਂ ਸਿੰਘ ਵੇਖਿਆ, ਜਿਹੜਾ ਇਦਾਂ ਆ ਕੇ ਜ਼ਕਰੀਏ ਕੋਲ ਦੱਸ ਪਾਉਂਦਾ, ਤੁਰਤ ਇਨਾਮ ਸੁਤਾਹੀ ਦਿਵਾਵੇ। ਜ਼ਕਰੀਆ ਤੁਰਤ ਫਿਰ ਤੋਂ ਉਸੇ ਵੇਲੇ ਉਹਨੂੰ ਇਨਾਮ ਦਿਵਾਉਂਦਾ। ਕਹਿੰਦਾ ਇਹਨੂੰ ਇਨਾਮ ਦਿਓ, ਇਹਨੂੰ ਅੱਲਾ ਸ਼ੇਰੀ ਦਿਓ ਕਿ ਹੋਰ ਕੰਮ ਕਰੇ। ਏਦਾਂ ਹੋਰ ਸਿੰਘਾਂ ਦੀ ਦੱਸ ਪਾ ਕੇ ਸਿੰਘ ਫੜਾਵੇ। ਜੋ ਸਿੰਘਨ ਕੋ ਦਸੇ ਗ੍ਰਾਮ। ਜੇ ਕੋਈ ਸਿੰਘ ਦਾ ਕੋਈ ਪਿੰਡ ਦੱਸ ਦੇਵੇ ਵੀ ਫਲਾਣੇ ਪਿੰਡ ਦੇ ਵਿੱਚ ਸਿੰਘ ਇੰਨੀ ਗਿਣਤੀ 'ਚ ਰਹਿੰਦੇ ਹਨ, ਤਾਂ ਕੋ ਦੇਵੇ ਬਹੁਤੇ ਇਨਾਮ। ਉਹਨੂੰ ਵੀ ਜ਼ਕਰੀਆ ਬੜੇ ਇਨਾਮ ਦਿੰਦਾ, ਖੁੱਲੇ ਤੋਹਫੇ ਦਿੰਦਾ, ਉਹਨਾਂ ਨੂੰ ਜਗੀਰਾਂ ਦੇ ਦਿੰਦਾ। ਲਾਲਚਿਤ ਸਿੰਘਨ ਪਕੜਾਵੇ। ਏਦਾਂ ਲਾਲਚ ਵਸ ਹੋ ਕੇ ਬਹੁਤੇ ਲੋਕ ਸਿੰਘਾਂ ਨੂੰ ਫੜਾਉਣ ਲੱਗੇ। ਜਦੋਂ ਪੰਜਾਂ ਸੱਤਾਂ ਨੂੰ ਲਾਲਚ ਮਿਲਿਆ, ਉਹਨਾਂ ਨੇ ਹੋਰ ਅੱਗੇ ਪੰਜਾਂ 20 ਨੂੰ ਦੱਸਿਆ, ਉਹਨਾਂ ਨੇ ਹੋਰ। ਏਦਾਂ ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਏਦਾਂ ਦੇ ਲਾਲਚੀ ਤੇ ਲੋਭੀ ਜਿਹੜੇ ਲੋਕ ਸਨ ਉਸ ਵਕਤ ਦੇ, ਉਹ ਸਿੰਘਾਂ ਦੀ ਮੁਖਬਰੀ ਕਰਕੇ ਸਿੰਘਾਂ ਨੂੰ ਫੜਾਉਣ ਲੱਗੇ। ਲੁਕ ਲੁਕ ਸਿੰਘ ਸੁਜਾਨ ਬਚਾਵੇ। ਸਿੰਘ ਵੀ ਹੁਣ ਔਖਾ ਵੇਲਾ ਆ ਗਿਆ, ਖਾਲਸੇ ਦੇ ਉੱਤੇ ਭੀੜੀ ਦਾ ਸਮਾਂ ਸੀ। ਤੋ ਹੁਣ ਲੁਕ ਛਿਪ ਕੇ ਹਰਨ ਭਰਨ ਹੋ ਕੇ ਸਿੰਘ ਆਪਣੀ ਜਾਨ ਬਚਾਉਂਦੇ ਨੇ। ਔਰ ਮੁਲਕ ਪੈ ਲਿਖ ਪਠਾਈ। ਹੋਰ ਵੀ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਦੂਜੇ ਦੇਸ਼ਾਂ ਦੇ ਖਿੱਤਿਆਂ ਦੇ ਵਿੱਚ ਸਿੰਘ ਰਹਿੰਦੇ ਸਨ, ਦੂਜੇ ਸੂਬਿਆਂ 'ਚ ਰਹਿੰਦੇ ਸੀ, ਉੱਥੇ ਵੀ ਲਿਖ ਕੇ ਭੇਜ ਦਿੱਤਾ। 5 ਰੁਪਏ ਸਿੰਘ ਦਸੇ ਸੋ ਪਾਈ। ਜਿਹੜਾ ਸਾਨੂੰ 10 ਪਾਏਗਾ, ਬਸ ਇੰਨਾ ਹੀ ਦੱਸ ਦੇ ਫਲਾਣੀ ਥਾਂ ਤੇ ਸਿੰਘ ਹੈ।
ਦੋ ਨੇ, ਚਾਰ ਨੇ, ਪਰ ਸਿੰਘ ਦੱਸਣ ਦੇ ਬਦਲੇ ਉਹਨੂੰ 5 ਰੁਪਏ ਦਿੱਤੇ ਜਾਣਗੇ। 5 ਰੁਪਏ ਵੀ ਉਹਨਾਂ ਵੇਲਿਆਂ 'ਚ ਬਹੁਤ ਹੁੰਦੇ ਸੀ। ਆ ਕੁਝ ਦਹਾਕੇ ਪਹਿਲਾਂ 5-7 ਰੁਪਏ ਤਨਖਾਹ ਹੋਇਆ ਕਰਦੀ ਸੀ ਲੋਕਾਂ ਦੀ ਮਹੀਨੇ ਦੀ, ਉਹਦੇ 'ਚ ਵਧੀਆ ਗੁਜ਼ਾਰਾ ਕਰ ਲੈਂਦੇ ਸਨ। ਉਹਨਾਂ ਵੇਲਿਆਂ 'ਚ ਵੀ 5 ਰੁਪਏ ਮਾਇਨੇ ਰੱਖਦੇ ਸੀ। ਤੋ ਦੱਸਣ ਵਾਲਿਆਂ ਨੂੰ 5 ਰੁਪਏ ਦਿੱਤੇ ਜਾਣਗੇ, ਇਹ ਲਾਲਚ ਦਿੱਤਾ ਗਿਆ। ਜਾਂ ਤੈਂ ਸਿੰਘਨ ਬਹੁਤ ਮਰਾਵੇ। ਇਸ ਕਰਕੇ ਲੋਕ ਲਾਲਚੀ ਹੋ ਕੇ ਬਹੁਤ ਸਾਰੇ ਸਿੰਘਾਂ ਨੂੰ ਮਰਵਾਉਣ ਲੱਗੇ। ਲੋਕਾਂ ਦੇ ਹਿਰਦੇ 'ਚ ਇਹ ਸੋਚ ਨਹੀਂ ਸੀ ਕਿ ਇਹਨਾਂ ਨੂੰ ਮਰਵਾਉਣ ਤੋਂ ਬਾਅਦ ਇਹ ਜਿਹੜੇ ਜਰਵਾਣੇ ਨੇ ਸਾਨੂੰ ਮਾਰਨਗੇ। ਇਹ ਸਿੰਘ ਤਾਂ ਸਾਡੇ ਰਖਵਾਲੇ ਨੇ, ਇਹਨਾਂ ਨੇ ਸਾਨੂੰ ਬਚਾਉਣਾ। ਉਲਟਾ ਉਹਨਾਂ ਸਿੰਘਾਂ ਨੂੰ ਫੜਾ ਕੇ ਲਾਲਚ ਬਸ ਹੋ ਕੇ, ਕਿਉਂਕਿ ਲੋਭੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਜਿਹੜਾ ਲੋਭੀ ਹੁੰਦਾ ਉਹ ਕੋਈ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਉਹ ਮੁਸਲਮਾਨ ਸੰਬੰਧਿਤ ਧਰਮ ਨਾਲ ਸੰਬੰਧਿਤ ਹੋਵੇ, ਉਹ ਹਿੰਦੂ ਧਰਮ ਨਾਲ ਸੰਬੰਧਿਤ ਹੋਵੇ, ਚਾਹੇ ਸਿੱਖ ਹੋਵੇ, ਈਸਾਈ ਹੋਵੇ, ਯਹੂਦੀ ਹੋਵੇ, ਜੇ ਉਹ ਲੋਭੀ ਹੈ ਤੇ ਲੋਭੀ ਬੰਦਾ ਕਿਸੇ ਧਰਮ ਦਾ ਵੀ ਨਹੀਂ ਹੈ, ਕਿਸੇ ਵੀ ਧਰਮ ਦਾ ਨਹੀਂ, ਉਹ ਧਰਮ ਹੀ ਨਹੀਂ ਹੋ ਸਕਦਾ। ਉਹਦਾ ਕੋਈ ਧਰਮ ਹੈ, ਉਹਦਾ ਇੱਕੋ ਧਰਮ ਹੈ ਲਾਲਚ। ਤੋ ਲਾਲਚ ਬਸ ਹੋ ਕੇ ਏਦਾਂ ਬਹੁਤ ਸਾਰੇ ਸਿੰਘਾਂ ਨੂੰ ਫੜਾਉਣ ਲੱਗੇ, ਮਰਵਾਉਣ ਲੱਗੇ। ਮਾਰ ਸਿੰਘਨ ਸਿਰ ਆਪ ਪੁਚਾਵੇ। ਕਈ ਤਾਂ ਆਪ ਸਿੰਘਾਂ ਨੂੰ ਵਿਸਾਘਾਤ ਕਰਕੇ ਮਾਰਦੇ ਨੇ, ਮਾਰ ਕੇ ਉਹਨਾਂ ਦੇ ਸਿਰ ਵੱਢ ਕੇ ਲਾਹੌਰ ਦਰਬਾਰ 'ਚ ਲਿਜਾ ਕੇ 80-80 ਰੁਪਏ ਮੁੱਲ ਲੈਂਦੇ ਆ। ਇੱਕ ਇੱਕ ਸਿੰਘ ਦਾ ਸਿਰ ਦੇ ਕੇ 80-80 ਰੁਪਏ, ਤੇ ਬਕਾਇਦਾ ਉਹਦੇ ਤੋਂ ਇਲਾਵਾ ਹੋਰ ਇਨਾਮ ਵੀ ਜ਼ਕਰੀਏ ਕੋਲੋਂ ਲੈਂਦੇ ਹਨ। ਇੱਕ ਇੱਕ ਦੋਏ ਦੋਏ ਹੋਏ ਲੁਕ ਜਾਵੇ। ਤੇ ਜੇ ਇੱਕ ਇੱਕ ਦੋ ਦੋ ਸਿੰਘ ਹੁੰਦੇ ਆ, ਉਹ ਲੁਕ ਛਿਪ ਜਾਂਦੇ ਕੋਈ ਜੰਗਲ ਦੀ ਝਾੜ 'ਚ, ਖੱਡ 'ਚ, ਜਿੱਥੇ ਕਿਸੇ ਨੂੰ ਥਾਂ ਮਿਲਦੀ ਹੈ। ਇਮ ਕਰ ਸਿੰਘਨ ਪਤਾ ਲਗਾਵੇ। ਪਰ ਜਿਹੜੇ ਜਸੂਸ ਨੇ, ਖੂਫੀਏ, ਇਹ ਵੀ ਇੱਕ ਇੱਕ ਦੋ ਦੋ ਕਰਕੇ ਪਿੰਡਾਂ ਵਿੱਚ ਸੁੰਘਦੇ ਫਿਰਦੇ ਆ ਤੇ ਸੁੰਘ ਕੇ ਵੇਖਦੇ ਆ ਕਿੱਥੇ ਸਿੰਘ ਨੇ, ਕਿੱਥੇ ਆਉਂਦੇ ਨੇ। ਏਦਾਂ ਮੁਖਬਰੀ ਕਰਕੇ ਪਿੰਡ ਪਿੰਡ ਦੇ ਵਿੱਚ ਲੱਭਦੇ ਹਨ। ਰਾਤ ਤੁਰੇ ਦਿਨ ਰਹੀ ਲੁਕਾਈ। ਸਿੰਘਾਂ ਵਾਸਤੇ ਇਹ ਸਮਾਂ ਬੜਾ ਔਖਾ ਸਮਾਂ ਸੀ। ਤੋ ਉਸ ਵਕਤ ਸਿੰਘ ਰਾਤ ਦੇ ਸਮੇਂ ਹੀ ਤਕਰੀਬਨ ਸਫ਼ਰ ਕਰਦੇ ਸੀ। ਜੇ ਕਿਤੇ ਆਣਾ ਜਾਣਾ ਹੁੰਦਾ ਸੀ ਤੋ ਰਾਤ ਨੂੰ ਹੀ ਸਿੰਘ ਆਉਂਦੇ ਜਾਂਦੇ ਸੀ। ਦਿਨ ਵੇਲੇ ਬਿਲਕੁਲ ਕਿਸੇ ਬੀਆਬਾਨ ਵਿੱਚ ਜਾਂ ਬਿਲਕੁਲ ਕੋਈ ਇਕਾਂਤ ਵਾਲੀ ਜਗ੍ਹਾ ਹੁੰਦੀ, ਉੱਥੇ ਸਿੰਘ ਲੁਕ ਛਿਪ ਜਾਂਦੇ ਸਨ। ਕਈ ਅਨਲੀਨੇ ਕੁੰਬਲ ਬਣਾਏ। ਕਈ ਸਿੰਘਾਂ ਨੇ ਆਪਣੇ ਕੁੰਬਲ ਬਣਾ ਲਏ ਨੇ। ਕੁੰਬਲ ਦਾ ਮਤਲਬ ਹੁੰਦਾ ਖੱਡ 'ਚ ਬਣਾ ਲੈਣੀ, ਜਿਵੇਂ ਮੋਰਚੇ ਜੇ ਨਹੀਂ ਹੁੰਦੇ, ਮਿੱਟੀ ਦੇ ਵਿੱਚ ਥੱਲੇ ਸੁਰੰਗਾਂ ਪੁੱਟ ਕੇ ਉਹਦੇ ਥੱਲੇ ਘੁਰਨੇ ਜੇ ਬਣਾ ਕੇ ਉਹਨਾਂ ਵਿੱਚ ਰਹਿਣਾ ਸ਼ੁਰੂ ਕਰਨਾ ਪਿਆ ਸਿੰਘਾਂ ਨੂੰ। ਮਿੱਟੀ ਦੇ ਘੁਰਨਿਆਂ 'ਚ ਰਹਿਣ ਵਾਲੇ ਸਿੰਘਾਂ ਦੇ ਅੰਦਰ ਇੱਕੋ ਸੁਪਨਾ ਸੀ, ਕਦੇ ਸਾਡਾ ਰਾਜ ਹੋਵੇਗਾ ਤੇ ਸਾਡੇ ਵਾਰਸ ਆਪਣੇ ਮਹਿਲਾਂ ਦੇ ਵਿੱਚ ਰਿਹਾ ਕਰਨਗੇ। ਉੱਥੇ ਵੀ ਉਹਨਾਂ ਦੀ ਸੁਰਤ ਚੜ੍ਹਦੀ ਕਲਾ। ਉਹਨਾਂ ਨੂੰ ਆਪਣੇ ਫਿਕਰ ਨਹੀਂ ਸੀ ਕਿ ਅਸੀਂ ਇਹਨਾਂ ਮਿੱਟੀਆਂ ਦੀਆਂ ਖੱਡਾਂ 'ਚ ਰਹਿ ਰਹੇ ਹਾਂ, ਝਾੜਾਂ 'ਚ ਰਹਿ ਰਹੇ ਹਾਂ। ਉਹਨਾਂ ਨੂੰ ਚਿੰਤਾ ਸੀ, ਫਿਕਰ ਸੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ। ਇਸ ਫਿਕਰ ਨਾਲ, ਇਸ ਚਿੰਤਾ ਨਾਲ ਉਹ ਲੜਦੇ ਰਹੇ ਨੇ। ਉਹਨਾਂ ਨੂੰ ਆਪਣੇ ਨਿੱਜੀ ਸਵਾਰਥ ਨਹੀਂ ਸੀ। ਤੋ ਬਹੁਤ ਸਾਰੇ ਸਿੰਘਾਂ ਨੇ ਖੱਡਾਂ ਪੁੱਟ ਕੇ ਜ਼ਮੀਨ ਦੇ ਵਿੱਚ ਸੁਰੰਗਾਂ ਬਣਾ ਕੇ ਉੱਥੇ ਰਹਿਣਾ ਸ਼ੁਰੂ ਕਰ ਲਿਆ। ਕਈ ਰਹੇ ਕਰ ਤੀਜੇ ਥਾਏ। ਤੇ ਕਈ ਆਪਣੇ ਰਿਸ਼ਤੇਦਾਰਾਂ ਦੇ ਅੱਗੇ, ਜਿਹੜੇ ਰਿਸ਼ਤੇਦਾਰ ਨੇ, ਤੀਜੇ ਘਰ 'ਚ ਰਹਿੰਦੇ ਆ, ਕਿਉਂਕਿ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਤਾਂ ਜਾ ਕੇ ਫੜ ਲੈਂਦੇ ਆ। ਰਿਸ਼ਤੇਦਾਰਾਂ ਦੇ ਅੱਗੇ ਜਿਹੜੇ ਤੀਜੇ ਥਾਂ ਤੇ ਰਿਸ਼ਤੇਦਾਰ ਹੁੰਦੇ, ਉਹਨਾਂ ਦੇ ਘਰਾਂ ਵਿੱਚ ਜਾ ਕੇ ਲੁਕ ਛਿਪ ਕੇ ਰਹਿੰਦੇ ਹਨ। ਕਈ ਰਹੇ ਪਰਦੇਸੇ ਜਾਏ। ਕਈ ਸਿੰਘ ਪੰਜਾਬ ਚੋਂ ਦੂਰ ਚਲੇ ਗਏ, ਬਾਹਰ ਉਧਰ ਜੈਪੁਰ ਸਾਈਡ, ਰਾਜਸਥਾਨ ਵਾਲੇ ਪਾਸੇ, ਇਧਰ ਬੀਕਾਨੇਰ ਤੋਂ ਬੁੱਢੇ ਜੋੜ ਵਾਲੇ ਪਾਸੇ, ਇਧਰ ਬਹੁਤ ਸਾਰੇ ਸਿੰਘ, ਜ਼ਿਆਦਾ ਇਧਰ ਮਾਲਵੇ ਦੇ ਇਲਾਕੇ ਦੇ ਵਿੱਚ, ਕਿਉਂਕਿ ਇਧਰ ਮਾਰ ਕੱਟ ਘੱਟ ਹੁੰਦੀ ਸੀ, ਤੁਰ ਕੇ ਇਧਰ ਆਉਂਦੇ ਨਹੀਂ ਸਨ। ਤੋ ਏਦਾਂ ਲੁਕ ਛਿਪ ਕੇ ਸਮਾਂ ਪਾਸ ਕਰਦੇ ਨੇ। ਕਈ ਸਿੰਘ ਰਹੇ ਝਾੜ ਨਮਾਈ। ਕਈ ਸਿੰਘ ਜੰਗਲਾਂ ਦੀਆਂ ਜਿਹੜੀਆਂ ਸੰਘਣੀਆਂ ਝਾੜਾਂ ਨੇ, ਬੀੜਾਂ ਨੇ, ਉਹਨਾਂ ਵਿੱਚ ਰਹਿੰਦੇ ਹਨ। ਕਈ ਸਿੰਘ ਜਾ ਜੰਗਲ ਲੁਕਾਈ। ਕਈ ਸਿੰਘ ਜਿਹੜੇ ਗਹਿਬਰ ਘਨਘੋਰ ਜੰਗਲ ਨੇ, ਉਹਨਾਂ ਜੰਗਲਾਂ ਦੇ ਵਿੱਚ ਜਾ ਠਹਿਰਦੇ ਹਨ। ਖੇਤੀ ਕਰੇ ਕਈ ਸਿਰ ਨੀਵੇਂ। ਕਈ ਸਿੰਘ ਵਿਚਾਰੇ ਨਗਰਾਂ ਦੇ ਵਿੱਚ ਖੇਤੀ ਕਰਦੇ ਆ, ਸਿਰ ਨੀਵਾਂ ਕਰਕੇ ਲੰਘ ਜਾਂਦੇ, ਕਿਸੇ ਨਾਲ ਅੱਖ ਨਹੀਂ ਮਿਲਾਉਂਦੇ, ਸਿਰ ਨਹੀਂ ਚੁੱਕਦੇ ਵੀ ਕਿਸੇ ਨਾਲ ਅੱਖ ਮਿਲਾਵਾਂਗੇ ਕੋਈ, ਕਿਉਂਕਿ ਬੜੀਆਂ ਬੜੀਆਂ ਬਾਤਾਂ ਲੋਕ ਕਰਦੇ ਸਨ।
ਉਹ ਕਹਿੰਦੇ ਕਦੇ ਸਾਡਾ ਵੇਲਾ ਵੀ ਆਵੇਗਾ। ਇਹ ਸਮਾਂ ਰਹਿਣਾ ਨਹੀਂ, ਇਹ ਸਮਾਂ ਰਹਿਣਾ ਨਹੀਂ, ਇਹ ਵੀ ਲੰਘ ਜਾਣਾ ਹੈ। ਤੋ ਇਸ ਤਰ੍ਹਾਂ ਬਿਰਤੀ ਧਾਰਨ ਕਰਕੇ ਕਈ ਨੀਵਾਂ ਸਿਰ ਕਰਕੇ ਆਪਣਾ ਡੰਗ ਟਪਾਉਂਦੇ ਆ ਤੇ ਖੇਤੀ ਕਰਦੇ ਨੇ। ਕਿਤਨਕ ਵਿੱਚ ਬੜ ਖੱਡਨ ਜੀਵੇ, ਕਈ ਜੰਗਲਾਂ ਦੇ ਵਿੱਚ ਜਿਹੜੀਆਂ ਖੱਡਾਂ ਹੁੰਦੀਆਂ ਨੇ ਜਾਂ ਪਹਾੜ ਕੱਚਿਆਂ ਦੀਆਂ ਖੱਡਾਂ ਹੁੰਦੀਆਂ ਨੇ, ਉਹਨਾਂ 'ਚ ਰਹਿ ਕੇ ਦਿਨ ਕੱਟਦੇ ਹਨ। ਦੋਹਰਾ ਸਿੰਘ ਕੜਾਕੇ ਸਿਉ ਰਹੇ, ਦੂਵੇ ਚੌਥੇ ਦਿਨ ਖਾਏ। ਖਾਲਸਾ ਜੀ, ਜਿਹੜਾ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ, ਜਿਹੜੇ ਖਾਲਸਾ ਹੀ ਬੋਲੇ ਨੇ ਨਾ, ਜਿਹੜੇ ਸਾਡੇ ਬਜ਼ੁਰਗ ਬੋਲਦੇ ਨੇ, ਬੋਲਦੇ ਰਹੇ ਨੇ, ਤੇ ਹੁਣ ਆ ਕਰਕੇ ਜ਼ਿਆਦਾ ਉਹ ਬੋਲੇ ਨਿਹੰਗ ਸਿੰਘਾਂ ਵਿੱਚ ਹੀ ਪ੍ਰਚਲਿਤ ਨੇ। ਆਮ ਸੰਗਤ ਨੂੰ ਤਾਂ ਉਹ ਬੋਲੇ ਯਾਦ ਵੀ ਨਹੀਂ ਰਹੇ। ਪਹਿਲਾਂ ਸਾਰੇ ਸਿੰਘਾਂ ਦੀ ਰਸਨਾ ਤੇ ਉਹ ਬੋਲੇ ਹੁੰਦੇ ਸੀ। ਭੁੱਖ ਲੱਗਣੀ, ਆਪਾਂ ਕਹਿੰਦੇ ਮੈਂ ਭੁੱਖਾ ਹਾਂ, ਭੁੱਖ ਲੱਗੀ, ਉਹ ਕਹਿੰਦੇ ਨਹੀਂ, ਖਾਲਸਾ ਕੜਾਕੇ ਵਿੱਚ ਹੈ। ਦੁਸ਼ਮਣ ਨੂੰ ਥੋੜੀ ਦੱਸਣਾ ਵੀ ਭੁੱਖ ਲੱਗੀ ਹੈ, ਭੁੱਖਾ ਸਮਝ ਕੇ ਤਾਂ ਹਮਲਾ ਕਰੇਗਾ। ਜਦੋਂ ਕਹਿਣਾ ਕੜਾਕੇ ਵਿੱਚ ਹੈ, ਅਗਲੇ ਦੁਸ਼ਮਣ ਨੇ ਸਮਝਿਆ ਜਿਹੜਾ ਪਹਿਲਾਂ ਹੀ ਕੜਾਕੇ ਕੱਢੀ ਜਾਂਦਾ ਕੀ ਕਰੇਗਾ ਸਾਡੇ ਨਾਲ। ਤੋ ਇਹ ਖਾਲਸਾ ਹੀ ਬੋਲੇ ਸੀ। ਵੇਖੋ ਇੱਥੇ ਵੀ ਸ਼ਬਦ ਆਇਆ, ਕਹਿੰਦੇ 2-2 ਦਿਨ 4-4 ਦਿਨ ਸਿੰਘ ਕੜਾਕੇ 'ਚ ਰਹਿੰਦੇ, ਯਾਨੀ ਕਿ ਭੁੱਖੇ ਰਹਿੰਦੇ। ਕਿਸੇ ਨੂੰ 2 ਦਿਨ ਬਾਅਦ ਲੱਭਦਾ ਕੁਝ ਖਾਣ ਨੂੰ, ਜਦੋਂ ਖੱਡਾਂ ਵਿੱਚ ਹੀ ਬਹਿ ਰਹਿਣਾ, ਨਿਕਲਣਾ ਹੀ ਨਹੀਂ ਬਾਹਰ, ਦੁਸ਼ਮਣ ਫਿਰਦਾ ਹੁੰਦਾ ਸੀ। ਕਈ ਵਾਰੀ 4-4 ਦਿਨ 5-5 ਦਿਨ ਵੀ ਲੰਘ ਜਾਣੇ ਤੇ ਫਿਰ ਜਾ ਕੇ ਕੁਝ ਛਕਣ ਨੂੰ ਮਿਲਣਾ। ਬਿਨਾ ਲੂਨ ਭਾਜੀ ਲਬੇ ਤੋ ਖਾਵੇ ਬਹੁਤ ਸਲਾਈ। ਤੇ ਕਹਿੰਦੇ ਲੂਣ ਮਿਰਚਾਂ ਕਿੱਥੇ ਹੁੰਦੀਆਂ ਸੀ? ਬਾਹਰ ਖੇਤਾਂ 'ਚ ਰਹਿੰਦੇ ਸਿੰਘ, ਕਿਤੋਂ ਕੋਈ ਸਬਜ਼ੀ ਭਾਜੀ ਮਿਲ ਜਾਣੀ, ਕਿਤੋਂ ਕੋਈ ਗਾਜਰ ਪੁੱਟ ਲਈ, ਮੂਲੀ ਪੁੱਟ ਲਈ, ਜਾਂ ਕੁਝ ਹੋਰ ਮਿਲ ਗਿਆ, ਸਾਗ ਵਗੈਰਾ ਮਿਲ ਗਿਆ, ਉਹ ਅਲੂਣਾ ਹੀ ਖਾ ਕੇ ਬੜਾ ਸਲਾਉਂਦੇ। ਹੇ ਬਾਜਾਂ ਵਾਲੇ ਸੁਆਮੀ ਤੇਰਾ ਸ਼ੁਕਰ ਹੈ, ਅਸੀਂ ਤਾਂ 36 ਪ੍ਰਕਾਰ ਦੇ ਭੋਜਨ ਛਕ ਕੇ ਵੀ ਉਲਾਂਭੇ ਦਿੰਨੇ ਆ। ਧੰਨ ਗੁਰੂ ਕੇ ਲਾਲ, ਅਲੂਣਾ ਖਾਣ ਨੂੰ ਮਿਲਦਾ ਸੀ, ਲੂਣ ਵੀ ਨਹੀਂ ਜੁੜਦਾ ਵੀ ਵਿੱਚ ਲੂਣ ਪਾ ਲਈਏ, ਤੇ ਛਕਣ ਤੋਂ ਬਾਅਦ ਸਲਾਘਾ ਕਰਦੇ, ਕਹਿੰਦੇ ਬਹੁਤ ਅੰਮ੍ਰਿਤ ਦਿੱਤਾ ਸਤਿਗੁਰਾਂ ਨੇ ਖਾਣ ਨੂੰ। ਉਹ ਲੂਣਾ ਸਾਗ ਪਿਆ ਹੋਣਾ ਮੂਰੇ, ਕੋਈ ਸਾਗ ਪੱਤਾ ਪਿਆ ਹੋਣਾ, ਉਹ ਖਾਣ ਵੇਲੇ ਕਹਿਣਾ ਮਹਾਰਾਜ ਜੀ ਧੰਨਵਾਦ, ਬੜਾ ਨਾਇਆਬ ਪਕਵਾਨ ਦਿੱਤਾ ਛਕਣ ਨੂੰ। ਏਦਾਂ ਸਿੰਘ ਸਲਾਘਾ ਕਰਦੇ। ਚੋਪਈ ਜਿਸੇ ਸਿੰਘ ਪੈ ਨੂਣ ਜੋਈ। ਤੇ ਕਹਿੰਦੇ ਜੇ ਕਈ ਵਾਰੀ ਕਈ ਸਿੰਘ ਜਿਵੇਂ ਫਿਰਦੇ ਹੁੰਦੇ, ਉਹ ਕਿਤੇ ਲੂਣ ਵਗੈਰਾ ਮਿਲ ਜਾਣਾ ਨਾ, ਉਹ ਜੇਬ 'ਚ ਰੱਖ ਲੈਂਦੇ ਲੂਣ। ਉਹ ਥੋੜਾ ਬਹੁਤਾ ਲੂਣ ਪਾ ਕੇ ਕਿਸੇ ਕਾਗਜ਼ ਵਿੱਚ ਲਪੇਟ ਕੇ ਲਿਫਾਫੇ 'ਚ ਪਾ ਲੈਣਾ, ਤੇ ਜਦੋਂ ਉਹਨਾਂ ਦੇ ਅੱਗੇ ਅਲੂਣਾ ਸਾਗ ਵਗੈਰਾ ਹੋਣਾ, ਲੂਣ ਕੱਢਣਾ ਇਹਨਾਂ ਨੇ ਵੀ ਚੱਲ ਲੂਣ ਪਾ ਲਈਏ ਵਿੱਚ, ਤੇ ਨਾਲ ਦੇ ਸਿੰਘਾਂ ਨੇ ਕੋਲੋਂ ਹੀ ਝੱਟ ਟੋਕਣਾ ਤੇ ਕਹਿਣਾ ਤਿਸ ਕੋ ਆਖੇ ਸਵਾਦੀ ਸੋਈ। ਕਹਿੰਦੇ ਤਾਂ ਸਵਾਦਾਂ ਦਾ ਪੱਟਿਆ। ਏਦਾਂ ਨਾਲ ਦੇ ਸਿੰਘ ਕਹਿੰਦੇ ਵੇਖੋ ਇਹ ਸਵਾਦਾਂ ਦਾ ਪੱਟਿਆ, ਇਹ ਇਸ ਲਈ ਨਹੀਂ ਖਾਂਦਾ ਵੀ ਇਹਦਾ ਸਰੀਰ ਠੀਕ ਰਹੇ, ਇਸ ਲਈ ਖਾਂਦਾ ਵੀ ਸਵਾਦ ਆਵੇ। ਸਵਾਦ ਲਈ ਖਾਣਾ ਨਹੀਂ ਹੁੰਦਾ, ਜੀਵਨ ਲਈ ਖਾਣਾ ਹੁੰਦਾ। ਜਦੋਂ ਦੇ ਸਵਾਦ ਵਧੇ ਨੇ ਉਦੋਂ ਦੇ ਬਿਮਾਰੀਆਂ ਰੋਗ ਵਧੇ ਨੇ। ਕਹਿਣ ਲੱਗੇ ਕਿ ਇਹ ਤਾਂ ਸਵਾਦੀ ਹੈ, ਜਿਹੜਾ ਕੋਈ ਲੂਣ ਫੜਿਆ ਹੋਣਾ, ਉਹਨੇ ਵਿਚਾਰੇ ਨੇ ਲੋ ਖਾਲਸਾ ਜੀ ਮੈਂ ਆ ਵੀ ਸੱਟ ਦਿੰਦਾ। ਇਦਾਂ ਦੀ ਬਿਰਤੀ ਵਾਲੇ ਸਿੰਘ ਕਹਿੰਦੇ ਗੁਰੂ ਅਮਰਦਾਸ ਸਾਹਿਬ ਨੂੰ ਚੇਤੇ ਕਰੋ, ਜਿਨ੍ਹਾਂ ਨੇ ਆਪਣੀ 22 ਸਾਲ ਦੀ ਜ਼ਿੰਦਗੀ ਦੇ ਦੌਰਾਨ ਜਿੰਨਾ ਚਿਰ ਗੁਰਿਆਈ ਕੀਤੀ, ਅਲੂਣਾ ਓਗਰਾ ਤੇ ਅਲੂਣੀ ਖਿਚੜੀ ਖਾਧੀ, ਉਹਨਾਂ ਨੇ ਕਦੇ ਲੂਣ ਨਹੀਂ ਸੀ ਖਾਧਾ। ਸਾਡੇ ਗੁਰਦੇਵ ਸਾਨੂੰ ਪੂਰਨੇ ਪਾ ਗਏ ਨੇ। ਕਹਿੰਦੇ ਜੇ ਇਹ ਸਮਾਂ ਵੀ ਆ ਗਿਆ, ਤੇ ਜੇ 6ਵੇਂ ਪਾਤਸ਼ਾਹ ਦਾ ਸਮਾਂ ਆਇਆ, 10ਵੇਂ ਪਾਤਸ਼ਾਹ ਦਾ, ਫਿਰ ਭਾਂਤ ਭਾਂਤ ਦੇ ਪਕਵਾਨ ਵੀ ਬਣਦੇ ਸੀ। ਦੋਵੇਂ ਰੰਗ ਦੱਸੇ ਨੇ ਵੀ ਨਾ ਮਿਲੇ ਤੇ ਤਾਂ ਵੀ ਰੰਗ 'ਚ ਰਹਿਣਾ, ਮਿਲ ਜੇ ਤਾਂ ਵੀ ਪਰਮੇਸ਼ਰ ਦੇ ਪ੍ਰੇਮ ਰੰਗ 'ਚ ਰਹਿਣਾ। ਇਸ ਕਰਕੇ ਜੇ ਕਿਸੇ ਕੋਲ ਲੂਣ ਵਗੈਰਾ ਹੋਣਾ ਤੇ ਸਿੰਘ ਉਹਨੂੰ ਟੋਕ ਦਿੰਦੇ, ਕਹਿੰਦੇ ਵੇਖੋ ਸਵਾਦੀ ਸਿੰਘੋ, ਆ ਸਵਾਦੀ ਸਿੰਘ ਹੈ, ਉਹਦਾ ਨਾਂ ਹੀ ਪਾ ਦੇਣਾ ਸਵਾਦੀ ਸਿੰਘ, ਸਵਾਦਾਂ ਦਾ ਪੱਟਿਆ ਸਿੰਘ। ਏਦਾਂ ਕਹਿੰਦੇ ਬੋਲ ਦਿੰਦੇ ਕੋਲੋਂ ਹੀ। ਲੱਭੇ ਸਾਗ ਖਾਏ ਕੱਚਾ ਪੱਕਾ। ਸਾਗ ਲੱਭ ਜੇ ਕਿਤੇ ਖੇਤ ਵਿੱਚ ਕੋਈ ਘਾਹ ਬੂਟੇ ਦਾ ਸਾਗ, ਉਹ ਕੱਚਾ ਵੀ ਖਾਣਾ ਪੈਂਦਾ। ਅੱਗਾਂ ਕਿੱਥੇ ਬਾਲਦੀਆਂ, ਜੇ ਕਿਤੇ ਬਾਲਣੀ
ਉਹ ਵੀ ਲੁੱਕ ਛਿਪ ਕੇ ਰਹਿੰਦੇ। ਜੇ ਅੱਗ ਬਾਲੀ ਦੁਸ਼ਮਣ ਨੂੰ ਪਤਾ ਲੱਗਦਾ ਸੀ ਕਈ ਥਾਵਾਂ ਤੇ ਕੱਚਾ ਹੀ ਖਾ ਜਾਣਾ, ਤੇ ਜੇ ਪਕਾਉਣ ਦਾ ਮੌਕਾ ਮਿਲਣਾ ਤੇ ਪਕਾ ਵੀ ਲੈਣਾ, ਪਰ ਵਿੱਚ ਨਾ ਲੂਣ ਸੀ ਨਾ ਮਿਰਚ ਸੀ, ਉਹਦੇ ਵਿੱਚ ਰਿੰਨ ਕੇ ਜਲ ਦੇ ਵਿੱਚ ਛਕ ਲੈਣਾ। ਬ੍ਰਿਛਨ ਕੇ ਫਲ ਫੂਲ ਓ ਸਕਾ, ਦਰਖਤਾਂ ਦੇ ਸੱਕ ਵੀ ਕਈ ਵਾਰੀ ਛਿੱਲਾਂ ਜਿਹੜੀ ਉਹ ਵੀ ਖਾਣੀਆਂ ਪਈਆਂ ਸਿੰਘਾਂ ਨੂੰ। ਫੁੱਲ ਫਲ ਪੱਤੇ ਉਹ ਖਾ ਕੇ ਵੀ ਸਿੰਘਾਂ ਨੇ ਗੁਜ਼ਾਰਾ ਕੀਤਾ। ਦੂਏ ਚੌਥੇ ਦਿਨ ਮਿਲੇ ਸੁਖਾਏ, ਉਹ ਵੀ 2-4 ਦਿਨਾਂ ਬਾਅਦ ਖਾਣਾ ਮਿਲਦਾ ਸੀ, ਰੋਜ਼ ਨਹੀਂ ਸੀ ਹੁੰਦਾ ਇਹ ਵੀ ਖਾਣਾ। ਤੇ ਜੇ ਕਿਤੇ ਛੋਲੇ ਮਿਲ ਜਾਣੇ ਖਾਣ ਨੂੰ ਤੇ ਛੋਲਿਆਂ ਨੂੰ ਕਹਿਣਾ ਬਦਾਮ ਮਿਲ ਗਏ ਨੇ ਖਾਲਸਾ ਜੀ, ਬਦਾਮ, ਤੇ ਇੱਕ ਅੱਧੀ ਮੁੱਠੀ ਉਹ ਛਕ ਲੈਣੀ, ਉਤੋਂ ਪਾਣੀ ਪੀ ਲੈਣਾ। ਉਹ ਥੋੜਾ ਜਿਹਾ ਠੋਸ ਹੁੰਦੇ ਆ ਨਾ ਛੋਲੇ ਖਾਣ 'ਚ, ਮੁੱਠੀ ਭਰ ਵੀ ਖਾਦੇ ਹੁਣ ਤੂੰ ਜਲ ਛਕਦੀ ਉਹ ਫੁੱਲ ਜਾਂਦੇ ਅੰਦਰ ਜਾ ਕੇ, ਪੇਟ ਭਰਿਆ ਭਰਿਆ ਜਿਹਾ ਮਹਿਸੂਸ ਹੁੰਦਾ, ਉਦਾਂ ਤਾਕਤ ਵੀ ਵੱਧ ਹੁੰਦੀ ਹੈ। ਤੋ ਉਹਨਾਂ ਨੂੰ ਬਦਾਮ ਦੱਸਦੇ ਸਿੰਘ, ਕਹਿੰਦੇ ਖਾਲਸਾ ਜੀ ਅੱਜ ਬਦਾਮ ਮਿਲ ਗਏ, ਸ਼ੁਕਰ ਹੈ ਕਲਗੀਧਰ ਦਾ, ਬਾਦਸ਼ਾਹਾਂ ਨੂੰ ਬਦਾਮ ਨਹੀਂ ਲੱਭਦੇ, ਸਾਨੂੰ ਬਦਾਮ ਮਿਲ ਗਏ ਨੇ। ਜਥੇਦਾਰ ਲਹਿਣਾ ਸਿੰਘ ਹੁਣਾਂ ਨੂੰ ਕਹਿੰਦਾ ਅਬਦਾਲੀ ਵੀ ਆ ਜਾ ਲਾਹੌਰ 'ਚ ਤੂੰ ਰਾਜ ਕਰ ਤੇ ਮੇਰੇ ਮਤਹਿਤ ਹੋ ਕੇ ਬਣ ਜਾ। ਅਬਦਾਲੀ ਨੇ ਜਦੋਂ ਇਹ ਆਫਰ ਭੇਜੀ, ਉਹਨੇ ਅਫਗਾਨਿਸਤਾਨ ਦੇ ਜਿਹੜੇ ਮੇਵੇ ਹੁੰਦੇ ਆ ਉਹਨਾਂ ਦੇ ਨਾਲ ਟੋਕਰੇ ਭਰ ਭਰ ਭੇਜੇ। ਉਹ ਟੋਕਰੇ ਮੋੜ ਕੇ ਨਾ ਲਹਿਣਾ ਸਿੰਘ ਹੁਣਾਂ ਨੇ ਤੇ ਨਾਲ ਹੀ ਇੱਕ ਛੋਲਿਆਂ ਦੀ ਮੁੱਠ ਉਹ ਭੇਜੀ ਕਿ ਆਖੋ ਜਾ ਕੇ ਅਬਦਾਲੀ ਨੂੰ ਸਾਡੀ ਖੁਰਾਕ ਇਹ ਆ, ਇਹ ਖਾ ਕੇ ਵੀ ਅਸੀਂ ਕਲਗੀਧਰ ਦੇ ਸ਼ੁਕਰ ਵਿੱਚ ਆ, ਸਾਨੂੰ ਤੇਰੇ ਮੇਵਿਆਂ ਦੀ ਲੋੜ ਨਹੀਂ ਕਿ ਅਸੀਂ ਕਿ ਤੇਰੇ ਅਧੀਨ ਹੋ ਕੇ ਰਾਜ ਕਰੀਏ। ਖਾਲਸਾ ਸੁਤੰਤਰ ਰਾਜ ਕਰੇਗਾ। ਤੋ ਏਦਾਂ ਸਿੰਘਾਂ ਦਾ ਇਹ ਸਮਾਂ ਸੀ। ਕਹਿੰਦੇ ਅਲੂਣਾ ਸਾਗ ਉਹ ਵੀ ਦੂਜੇ ਚੌਥੇ ਦਿਨ ਖਾਣ ਨੂੰ ਮਿਲਦਾ। ਤੋ ਵੀ ਟਿਕਨੇ ਮਿਲੀ ਸੁਨਾਈ, ਕਹਿੰਦੇ ਕਈ ਵਾਰੀ ਤੇ ਛਕਦਿਆਂ ਛਕਦਿਆਂ ਵਿੱਚੇ ਹੀ ਛੱਡ ਕੇ ਭੱਜਣਾ ਪੈਂਦਾ ਸੀ, ਤਿਆਰ ਕੀਤਾ ਹੋਇਆ ਹੀ ਰਹਿ ਜਾਣਾ, ਇਹਨੇ ਨੂੰ ਦੁਸ਼ਮਣ ਦੀ ਫੌਜ ਦੀ ਆਵਾਜਾਈ ਹੋ ਜਾਣੀ। ਕਹਿੰਦੇ ਟਿਕਣਾ ਨਹੀਂ ਸੀ ਪੈਂਦਾ ਸਿੰਘਾਂ ਨੂੰ। ਸਿੰਘ ਸੋ ਗਏ ਅਤ ਤਬ ਥੋੜੇ, ਏਦਾਂ ਸਿੰਘਾਂ ਦੀ ਗਿਣਤੀ ਘਟਣ, ਜਦੋਂ ਸ਼ਹੀਦੀਆਂ ਪੈਣ ਲੱਗੀਆਂ ਤੇ ਸਿੰਘ ਜਿਹੜੇ ਨੇ ਉਹ ਥੋੜੇ ਦਿਸਣ ਲੱਗ ਪਏ। ਕਹੇ ਦੂਰ ਜਾਵੇਂ ਲੈ ਘੋੜੇ, ਔਰ ਸਿੰਘ ਜਿਹੜੇ ਹੈਣ ਵੀ ਉਹ ਵੀ ਦੂਰ ਦੂਰ ਘੋੜੇ ਲੈ ਕੇ ਨਿਕਲ ਗਏ ਪੰਜਾਬ ਤੋਂ। ਦੋਹਰਾ ਜਿਸ ਦਿਨ ਮਾਰੇ ਦੁਸ਼ਟ ਕੋ ਤਿਸ ਦਿਨ ਤੋ ਰਜ ਖਾਏ। ਇਹ ਨਹੀਂ ਵੀ ਕਦੇ ਸਿੰਘਾਂ ਦਾ ਦਾ ਨਹੀਂ ਸੀ ਲੱਗਦਾ, ਕਦੇ ਸਿੰਘਾਂ ਦਾ ਵੀ ਲੱਗ ਜਾਂਦਾ ਸੀ ਦਾ। ਤੁਰਕਾਂ ਦਾ ਰੋਜ਼ ਲੱਗਦਾ ਸੀ, ਕਦੇ ਇੱਕ ਦਿਨ ਸਾਧ ਦੀ ਵੀ ਵਾਰੀ ਆ ਹੀ ਜਾਂਦੀ ਹੈ ਨਾ, 100 ਦਿਨ ਚੋਰ ਦੇ ਹੋਣ ਤੇ ਇੱਕ ਦਿਨ ਸਾਧ ਦਾ ਵੀ ਆ ਹੀ ਜਾਂਦਾ। ਕਦੇ ਜਦੋਂ ਸਿੰਘਾਂ ਦਾ ਦਾ ਲੱਗਣਾ ਫਿਰ ਦੁਸ਼ਟਾਂ ਨੂੰ ਚੰਗੀ ਤਰ੍ਹਾਂ ਸੋਧਣਾ ਖਾਲਸੇ ਨੇ, ਤੇ ਜਿਸ ਦਿਨ ਸੋਧ ਕੇ ਆਇਆ ਹੋਣਾ ਉਦੋਂ ਚੰਗੇ ਪਕਵਾਨ ਵੀ ਮਿਲ ਜਾਂਦੇ ਸੀ, ਚੰਗੀਆਂ ਰਸਤਾਂ ਬਸਤਾਂ ਆ ਜਾਂਦੀਆਂ ਸੀ, ਉਸ ਦਿਨ ਚੰਗਾ ਪੇਟ ਭਰ ਕੇ ਰੱਜ ਕੇ ਛਕ ਲੈਂਦੇ। ਨਹੀਂ ਮਿਲੇ ਤੋ ਮਸਤ ਰਹੇ ਇਸ ਬਿਦ ਗੁਜ਼ਰ ਕਰਾਏ, ਨਾ ਮਿਲੇ ਤੇ ਫਿਰ ਕਹਿੰਦੇ ਸੀ ਖਾਲਸਾ ਜੀ ਲੰਗਰ ਮਸਤ ਹੈ, ਜਾਂ ਕਹਿਣਾ ਲੰਗਰ ਮਸਤਾਨਾ ਹੈ ਜਾਂ ਮਸਤ ਹੈ। ਹੁਣ ਕੋਈ ਕਹੇ ਵੀ ਲੰਗਰ ਮੁੱਕ ਗਿਆ, ਇਹ ਤਾਂ ਨਹੀਂ ਸ਼ਬਦ ਵਰਤਿਆ ਜਾ ਸਕਦਾ ਨਾ। ਗੁਰੂ ਕੇ ਲੰਗਰ ਕਿਵੇਂ ਮੁੱਕ ਸਕਦੇ ਆ? ਵੇਖੋ ਖਾਲਸੇ ਅੰਦਰ ਕਿੰਨਾ ਨਿਸ਼ਚਾ ਭਰੋਸਾ। ਕਹਿੰਦੇ ਨਹੀਂ ਖਾਲਸਾ ਜੀ ਲੰਗਰ ਮਸਤ ਹੈ, ਥੋੜੀ ਜਿਹੀ ਚਾਲ ਮੱਠੀ ਪਈ, ਅੱਗੇ ਫੇਰ ਹੋ ਜਾਏਗੀ, ਚੜ੍ਹਦੀ ਕਲਾ ਹੋ ਜਾਏਗੀ। ਕਹਿੰਦੇ ਜਿਸ ਦਿਨ ਮਿਲ ਜਾਂਦਾ ਦੁਸ਼ਮਣਾਂ ਨੂੰ ਸੋਧ ਕੇ ਆਉਂਦੇ ਉਦੋਂ ਰੱਜ ਕੇ ਖਾ ਲੈਂਦੇ, ਨਾ ਮਿਲਣਾ ਤੇ ਕਹਿਣਾ ਜੀ ਲੰਗਰ ਮਸਤ ਹੈ। ਚੋਪਈ ਗੈਲੇ ਫਿਰੇ ਦੇਖਨ ਹਲਕਾਰੇ, ਜਿਵੇਂ ਜਿਵੇਂ ਸਿੰਘ ਫਿਰਦੇ ਸੀ ਪਿੱਛੇ ਪਿੱਛੇ ਹਲਕਾਰੇ ਲੱਭਦੇ ਫਿਰਦੇ ਸੀ। ਦੇਖ ਲਿਆਵੇਂ ਫੌਜ ਕੋ ਚਾੜੇ, ਜੇ ਕਿਤੇ ਸਿੰਘਾਂ ਨੂੰ ਵੇਖ ਜਾਂਦੇ ਸੀ ਦਿਨੇ ਜਾਂ ਰਾਤ ਨੂੰ ਤੇ ਉਹ ਹਲਕਾਰਿਆਂ ਨੇ ਤੁਰਕਾਂ ਦੀਆਂ ਫੌਜਾਂ ਚੜਾ ਕੇ ਲੈ ਆਉਣੀਆਂ। ਜਿਸੇ ਗ੍ਰਾਮ ਮੈਂ ਸਿੰਘ ਸੁਪਾਵੇਂ, ਜਿਹੜੇ ਪਿੰਡ 'ਚ ਜਿਹੜੇ ਨਗਰ ਜਿਹੜੇ ਸ਼ਹਿਰ ਜਿਸ ਘਰ ਵਿੱਚ ਕੋਈ ਸਿੰਘ ਦਿਸਦਾ ਸੀ, ਭਾਈ ਬੰਦ ਤਿਸ ਸਭੇ ਫੜਾਵੇਂ। ਇਹ ਨਹੀਂ ਵੀ ਕੱਲਾ ਸਿੰਘ ਹੀ ਫੜ ਕੇ ਲਿਆਉਣਾ, ਉਹਦੇ ਨਾਲ ਉਹਦੇ ਸੰਬੰਧੀ ਰਿਸ਼ਤੇਦਾਰ
ਸਾਰਿਆਂ ਨੂੰ ਫੜ ਕੇ ਲੈ ਆਉਂਦੇ ਤੁਰਕ। ਲਿਖ ਨਿਬਾਬ ਤਬ ਐਸ ਫਿਰਾਵਾ। ਨਵਾਬ ਦੇ ਕੋਲ ਇਸ ਤਰ੍ਹਾਂ ਲਿਖ ਕੇ ਫੜਾ ਦਿੱਤਾ, ਉਹਨੇ ਹੁਕਮਨਾਮਾ ਜਾਰੀ ਕਰ ਦਿੱਤਾ ਖਾਨੂ ਨੇ। ਲੂਟ ਮਾਪ ਕਰ ਸਿੰਘ ਸੋ ਪਾਵਾ। ਕਹਿਣ ਲੱਗਾ ਜਿਹੜਾ ਸਿੰਘ ਨੂੰ ਮਾਰ ਕੇ ਉਹਦਾ ਘਰ ਲੁੱਟੇਗਾ ਉਹਦੀ ਲੁੱਟ ਨੂੰ ਮਾਫ। ਪਹਿਲਾਂ ਤਾਂ 80 ਰੁਪਏ ਹੀ ਦਿੰਦਾ ਸੀ, ਉਹ ਕਹਿੰਦਾ ਸਿੰਘਾਂ ਨੂੰ ਮਾਰ ਕੇ ਉਹਨਾਂ ਦੇ ਘਰ ਜਿਹੜਾ ਲੁੱਟੇਗਾ, ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੀਆਂ ਜਿਹੜੇ ਸਿੰਘਾਂ ਨੂੰ ਮਾਰ ਦੇਣਗੇ ਜਾਂ ਫੜਾ ਦੇਣਗੇ, ਉਹਨਾਂ ਦੇ ਘਰ ਦੀ ਸਾਰੀ ਜ਼ਮੀਨ ਜਾਇਦਾਦ ਅਸੀਂ ਉਹਨੂੰ ਦੇ ਦਿਆਂਗੇ, ਲੁੱਟ ਮਾਫ ਕਰ ਦਿਆਂਗੇ। ਸਿਰ ਪਰ ਹੋਵੇ ਜਿਸ ਕੇ ਕੇਸ। ਇਹਨੇ ਹਲਕਾਰਾ ਫੇਰਿਆ, ਕਹਿਣ ਲੱਗਾ ਜਿਹਦੇ ਸਿਰ ਦੇ ਉੱਤੇ ਕੇਸ ਹੋਣਗੇ, ਰਹਿਣ ਨਾ ਦੇਨੋ ਆਪਣੇ ਦੇਸ। ਮੈਂ ਉਹਨੂੰ ਆਪਣੇ ਦੇਸ਼ ਵਿੱਚ ਨਹੀਂ ਰਹਿਣ ਦਿਆਂਗਾ। ਇਹਨੇ ਹੁਕਮਨਾਮਾ ਜਾਰੀ ਕੀਤਾ ਖਾਨੂ ਨੇ, ਕਹਿੰਦਾ ਕੇਸਨ ਵਾਲੇ ਜੋ ਨਰ ਹੋਈ, ਬਾਲ ਬਿਰਦ ਲਬ ਛੱਡੋ ਨਾ ਕੋਈ। ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਨੋ ਆਪਣੇ ਦੇਸ਼। ਮੈਂ ਉਹਨੂੰ ਆਪਣੇ ਦੇਸ਼ 'ਚ ਨਹੀਂ ਰਹਿਣ ਦੇਣਾ। ਸਿੰਘ ਕਹਿੰਦੇ ਦੇਸ਼ ਤਾਂ ਸਾਡਾ ਹਮਲਾਵਰ ਆ, ਹਮਲਾਵਰ ਹੋ ਕੇ ਤਾਂ ਤੂੰ ਆਇਆ ਉਧਰੋਂ, ਅਸੀਂ ਤਾਂ ਇੱਥੋਂ ਦੇ ਆ, ਮਹਾਰਾਜ ਜੀ ਨੇ ਸਾਨੂੰ ਇੱਥੇ ਸਾਜਿਆ, ਇਹ ਸਾਡਾ ਦੇਸ਼ ਆ, ਅਸੀਂ ਕਿਉਂ ਜਾਈਏ ਛੱਡ ਕੇ। ਸਿੰਘ ਵੀ ਪੂਰੇ ਛਾਤੀ ਤੇ ਇਹਨਾਂ ਦੇ ਉੱਤੇ ਕਹਿੰਦੇ ਜਿਵੇਂ ਮੂੰਗ ਦਰੜ ਵਾਲੀ ਬਾਤ ਹਿੱਕ ਤੇ ਦੀਵਾ ਜਗਾਉਂਦੇ ਸਨ। ਚਾਹੁੰਦੇ ਤੇ ਸਿੰਘ ਨਿਕਲ ਵੀ ਜਾ ਸਕਦੇ ਸੀ ਇੱਧਰ, ਕਈ ਨਿਕਲ ਵੀ ਗਏ ਸਮਾਂ ਪਾਸ ਕਰਨ ਲਈ, ਪਰ ਬਹੁਤੇ ਰਹੇ ਵੀ, ਕਿਉਂਕਿ ਕਦੇ ਸਿੰਘਾਂ ਦਾ ਵੀ ਦਾਅ ਲੱਗ ਹੀ ਜਾਂਦਾ ਸੀ। ਉਹ ਵੇਖਦੇ ਸੀ ਵੀ ਕਦੇ ਸਾਡਾ ਵੀ ਦਾਅ ਲੱਗੇਗਾ। ਹਾਂਜੀ, ਜੋ ਸਿੰਘਨ ਆਏ ਮੋਈ ਬਤਾਵੇ। ਕਹਿੰਦਾ ਜਿਹੜਾ ਕੋਈ ਆ ਕੇ ਮੈਨੂੰ ਸਿੰਘ ਬਾਰੇ ਮੈਨੂੰ ਦੱਸੇਗਾ, ਆਏ ਇਨਾਮ ਸੋ ਮੈਂ ਤੇ ਪਾਵੇ। ਉਹ ਆਵੇ ਤੇ ਆ ਕੇ ਬਸ ਮੈਨੂੰ ਦੱਸ ਦੇਵੇ, ਮੈਂ ਉਹਨੂੰ ਇਨਾਮ ਦਿਆਂਗਾ, ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਜੋ ਸਿੰਘ ਕੋ ਉਤਾਰੇ ਕੇਸ। ਤੇ ਜੇ ਕਿਸੇ ਸਿੰਘ ਨੂੰ ਮਾਰ ਕੇ ਉਹਦੇ ਕੇਸ ਕੱਟ ਕੇ ਲਿਆਵੇ, ਕਹਿੰਦਾ ਕੇਸ ਹੀ ਕੱਟ ਕੇ ਲੈ ਆਵੇ, ਯਾਨੀ ਕਿ ਉਹਨੂੰ ਪਤਤ ਕਰ ਦੇਵੇ। ਦਿਉ ਦੁਸ਼ਾਲੇ ਉਹ ਵੱਡ ਖੇਸ। ਉਹਨੂੰ ਮੈਂ ਦੁਸ਼ਾਲੇ ਦਿਆਂਗਾ, ਵੱਡੇ ਵੱਡੇ ਖੇਸ ਦਿਆਂਗਾ। ਇਹ ਸੁਣ ਕੇ ਤਾਂ ਬਹੁਤਿਆਂ ਨੇ ਆਪਣੀਆਂ ਜਨਾਨੀਆਂ ਦੇ ਹੀ ਵਾਲ ਵੱਢ ਲਏ, ਕੇਸ ਕੱਟ ਲਏ। ਉਹ ਕੇਸ ਕੱਟ ਕੇ ਕਹਿੰਦੇ ਜੀ ਫਲਾਣੇ ਸਿੰਘ ਦੇ ਕੱਟ ਕੇ ਲਿਆਏ। ਇਦਾਂ ਜਾ ਕੇ ਕਈਆਂ ਨੇ ਇਨਾਮ ਲਏ। ਦੋਹਰਾ ਦੱਸਣ ਵਾਲੇ 10 ਰੁਪਏ, ਉਹ ਮਾਰਨ ਵਾਲ 50। ਪਹਿਲਾਂ ਤਾਂ ਇਹਨੇ 5 ਰੁਪਏ ਸੀ ਦੱਸਿਆ, ਫਿਰ ਇਹਨੇ ਇਨਾਮ ਦੀ ਰਕਮ ਵਧਾਈ। ਕਹਿੰਦਾ ਜਿਹੜਾ ਦੱਸੇਗਾ ਉਹਨੂੰ 10 ਰੁਪਏ ਤੇ ਜਿਹੜਾ ਮਾਰੇਗਾ ਉਹਨੂੰ 50 ਰੁਪਏ। ਇਹ ਲਾਲਚ ਤੁਰਕਨ ਦਿਓ ਤਬ ਬਹੁਤ ਸਿੰਘਨ ਪਇਓ ਨਾਸ਼। ਜਿਹੜਾ ਵੱਢ ਕੇ ਲੈ ਆਵੇ ਸਿਰ ਇੱਥੇ ਮੇਰੇ ਕੋਲ, ਉਹਨੂੰ 80 ਰੁਪਏ। ਇਦਾਂ ਕਹਿੰਦੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਹੋਣ ਲੱਗਾ, ਬਹੁਤ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਹੋਣ ਲੱਗੀਆਂ। ਜੋ ਖੇਤੀ ਕਰਤ ਤੇ ਸਿੰਘ ਸੋ ਪਿੰਡਨ ਮਾਏ। ਲੜਨ ਵਾਲੇ ਲੜਾਕੇ ਸਿੰਘ ਤਾਂ ਥੋੜੇ ਹੀ ਸੀ, ਜੰਗਾਂ ਯੁੱਧਾਂ 'ਚ ਰਹਿਣ ਵਾਲੇ ਬਹੁਤੇ ਸਿੰਘ ਤਾਂ ਘਰਾਂ 'ਚ ਗ੍ਰਸਤੀ ਜਿਹੜੇ ਖੇਤੀਬਾੜੀ ਕਰਦੇ ਜ਼ਿਮੀਂਦਾਰਾ ਕਰਦੇ ਸੀ। ਉਹ ਜਿਹੜੇ ਪਿੰਡਾਂ ਵਿੱਚ ਖੇਤੀ ਕਰਨ ਵਾਲੇ ਸਿੰਘ ਸਨ, ਤਾਹੂ ਕੋਪੀ ਮਾਰਿਓ ਕਿਸ ਦਿਸੇ ਸਿਰ ਜਾਏ। ਇਹਨਾਂ ਮਲੇਛਾਂ ਨੇ ਉਹਨਾਂ ਨੂੰ ਵੀ ਮਾਰ ਦਿੱਤਾ। ਖੇਤੀ ਕਰਨ ਵਾਲੇ ਸਿੰਘ ਵੀ ਨਹੀਂ ਛੱਡੇ, ਜਿਹਦੇ ਸਿਰ ਤੇ ਕੇਸ ਵੇਖ ਲੈਂਦੇ ਸੀ ਉਹਨੂੰ ਨਹੀਂ ਛੱਡਿਆ। ਚੋਪਈ ਐਸੋ ਹੁਕਮ ਨਵਾਬ ਲਿਖਾਇਆ। ਇਹੋ ਜਿਹਾ ਨਵਾਬ ਨੇ ਹੁਕਮ ਲਿਖਾਇਆ, ਇਹ ਜ਼ਕਰੀਏ ਨੇ ਹੁਕਮ ਜਾਰੀ ਕੀਤਾ। ਚਾਰੋਂ ਔਰ ਲਾਹੌਰ ਪਠਾਇਆ। ਚਾਰੇ ਪਾਸੇ ਲਾਹੌਰ ਦੇ ਵਿੱਚ ਹੁਕਮਨਾਮੇ ਭੇਜ ਦਿੱਤੇ ਗਏ, ਚੌਂ ਤਰਫਾਂ ਦੇ ਵਿੱਚ ਹੁਕਮ ਭੇਜੇ ਗਏ। ਇਹ ਵਰਤਾਰਾ ਉਦੋਂ ਵੀ ਵਰਤਿਆ। ਇਹ ਵਰਤਾਰਾ ਜਿਹੜੇ ਸਿਰ ਤੇ ਕੇਸ ਹੁੰਦੇ ਉਹਨੂੰ ਛੱਡਦੇ ਨਹੀਂ ਸੀ, ਇਹ ਉਦੋਂ ਵੀ ਵਰਤਦਾ ਸੀ। ਤੇ ਜਦੋਂ ਇਸ ਦੇਸ਼ ਨੂੰ ਆਜ਼ਾਦ ਕਰਾਇਆ ਗਿਆ, ਜਿਹਨੂੰ ਸੁਤੰਤਰ ਭਾਰਤ ਕਹਿੰਦੇ ਆ, ਤੇ ਸੁਤੰਤਰਤਾ ਲਈ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਇਹ ਵਰਤਾਰਾ ਉਸ ਸੁਤੰਤਰ ਦੇਸ਼ ਵਿੱਚ ਵੀ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਵਰਤਿਆ। ਕੇਸਾਂ ਵਾਲੇ ਸਿੰਘਾਂ ਨੂੰ ਵੇਖ ਕੇ, ਜਿਹੜੇ ਕੇਸਾਂ ਧਾਰੀ ਸਨ, ਵੇਖ ਕੇ ਹਜੂਮ ਮਾਰ ਦਿੰਦਾ ਸੀ। ਬਹੁਤਿਆਂ ਨੇ ਉਦੋਂ ਬਾਹਰਲੇ ਸਟੇਟਾਂ ਦੇ ਵਿੱਚ, ਜਿਹੜੇ ਪੰਜਾਬ ਚੋਂ ਵੀ ਗਏ, ਕੇਸ ਕਤਲ ਉਦੋਂ ਵੀ ਕਰਾਏ ਬਹੁਤਿਆਂ ਨੇ, ਉਸ ਵੇਲੇ ਵੀ।
ਇਹ ਬਹੁਤੀਆਂ ਪੁਰਾਣੀਆਂ ਬਾਤਾਂ ਨਹੀਂ, ਮੈਨੂੰ ਸਨ ਈਸਵੀ ਮਹੀਨਾ ਦੱਸਣ ਦੀ ਲੋੜ ਨਹੀਂ, ਤਾਂ ਤੁਹਾਨੂੰ ਉਂਗਲੀਆਂ ਤੇ ਚੇਤੇ ਹੋਣਾ ਚਾਹੀਦਾ, ਕਿਉਂਕਿ ਤੁਸੀਂ ਤਾਂ ਇਹ ਹੰਡਾਇਆ ਹੈ, ਵੇਖਿਆ ਹੈ, ਭਾਵੇਂ ਮੇਰਾ ਉਹਨਾਂ ਸਮਿਆਂ ਦਾ ਜਨਮ ਹੈ। ਸੋ ਕਹਿਣ ਤੋਂ ਭਾਵ ਇਹ ਵਰਤਾਰਾ ਉਸ ਵੇਲੇ ਵੀ ਜਿਹਦੇ ਸਿਰ ਤੇ ਕੇਸ ਹੁੰਦੇ ਸਨ ਉਹਨੂੰ ਪਕੜ ਕੇ ਮਾਰ ਦਿੰਦੇ। ਜਿਹੜੇ ਗ੍ਰਸਤੀ ਸਿੰਘ ਕੇਵਲ ਖੇਤੀਬਾੜੀ ਕਰਨ ਵਾਲੇ, ਕੋਈ ਵਪਾਰ ਕਰਨ, ਕੋਈ ਹੱਟੀ ਖੋਲ ਕੇ ਬੈਠਾ ਸੀ ਪਿੰਡ 'ਚ, ਕੋਈ ਦੁਕਾਨ ਖੋਲ ਕੇ ਬੈਠਾ ਸੀ, ਉਹਨਾਂ ਦੀਆਂ ਦੁਕਾਨਾਂ ਸਾੜ ਦਿੱਤੀਆਂ, ਲੁੱਟ ਲਿਆ, ਉਹਨਾਂ ਦੇ ਕੇਸ ਕੱਟ ਕੇ ਜਾਂ ਉਹਨਾਂ ਨੂੰ ਮਾਰ ਦੇ ਕਤਲ ਹੀ ਕਰ ਦਿੰਦੇ ਸੀ। ਕੇਸ ਤਾਂ ਸਿੰਘ ਕਟਾਉਂਦੇ ਨਹੀਂ ਸੀ, ਉਹਨਾਂ ਨੂੰ ਕਤਲ ਹੀ ਕਰ ਦਿੰਦੇ ਸਨ। ਇਹੋ ਜਿਹਾ ਇਹਨਾਂ ਮਲੇਛਾਂ ਨੇ ਵਰਤਾਰਾ ਵਰਤਾਇਆ। ਖੇਤੀ ਵਣਜ ਕਰੇ ਜੇ ਕੋਈ ਖੇਤੀ ਕਰਦਾ ਜਾਂ ਵਣਜ ਕਰਦਾ, ਕੇਸਨ ਵਾਲਾ ਛੱਡੋ ਨਾ ਕੋਈ। ਇਹਨੇ ਹੁਕਮ ਕੀਤਾ ਵੀ ਜਿਹੜਾ ਕੇਸਾਂ ਵਾਲਾ ਉਹ ਨਹੀਂ ਛੱਡਣਾ। ਬਸ ਜ਼ਕਰੀਆ ਕਹਿੰਦਾ ਭਾਵੇਂ ਕੋਈ ਖੇਤੀ ਕਰੇ, ਵਣਜ ਕਰੇ ਜਾਂ ਕੋਈ ਹੋਰ ਕਿੱਤਾ ਕਰੇ, ਜਿਹੜਾ ਕੇਸਾਂ ਵਾਲਾ ਉਹ ਮੇਰੀ ਪੰਜਾਬ ਦੀ ਧਰਤੀ ਤੇ ਜਿਉਂਦਾ ਨਹੀਂ ਛੱਡਣਾ। ਸਿੰਘਨ ਖੂਨ ਮਾਫ ਹਮ ਕੀਨੇ। ਕਹਿਣ ਲੱਗਾ ਕਿਸੇ ਨੂੰ 7 ਖੂਨ ਮਾਫ ਹੁੰਦੇ ਆ, ਕਿਸੇ ਨੂੰ 10। ਜ਼ਕਰੀਆ ਕਹਿੰਦਾ ਮੈਂ ਜਿੰਨੇ ਸਿੰਘ ਤੁਸੀਂ ਮਾਰੋਗੇ ਸਾਰੇ ਖੂਨ ਮਾਫ ਤੁਹਾਨੂੰ, ਸਿੰਘਾਂ ਦਾ ਖੂਨ ਮਾਫ। ਉਹਨਾਂ ਨੂੰ ਕਹਿੰਦਾ ਇਹ ਤਾਂ ਬੰਦਿਆਂ 'ਚ ਨਹੀਂ ਗਿਣਨੇ ਤੁਸੀਂ, ਸਿੰਘਾਂ ਦਾ ਖੂਨ ਮਾਫੀ ਦੇ ਦਿੱਤੀ ਵੀ ਇਹਨਾਂ ਨੂੰ ਜਿੰਨਾ ਮਾਰੋਗੇ, ਜਿੰਨਾ ਇਹਨਾਂ ਦਾ ਕਤਲ ਕਰੋਗੇ, ਤੁਹਾਨੂੰ ਖੂਨ ਮਾਫ, ਉਹਦੀ ਕੋਈ ਤੁਹਾਨੂੰ ਸਜ਼ਾ ਨਹੀਂ ਦਿੱਤੀ ਜਾਏਗੀ। ਜਿਤ ਲੱਭੇ ਤਿਤ ਮਾਰੋ ਚੀਨੇ। ਜਿੱਧਰੋਂ ਲੱਭੇ ਤੁਸੀਂ ਲੱਭ ਕੇ ਮਾਰਨੇ ਹਨ। ਲੂਟ ਕੋਟੋ ਸਮਾਫ ਹਮ ਕਰੀ। ਉਹ ਜਿੰਨਾ ਉਹਨਾਂ ਨੂੰ ਲੁੱਟੇਗਾ, ਜਿਹੜਾ ਸਿੰਘਾਂ ਨੂੰ ਲੁੱਟੇਗਾ, ਕੁੱਟੇਗਾ, ਉਹਨਾਂ ਦੇ ਘਰ ਘਾਟ ਜੋ ਤੁਹਾਨੂੰ ਮਿਲੇਗਾ ਉਹ ਤੁਹਾਡਾ, ਉਹਦੇ ਤੇ ਸਾਡਾ ਕੋਈ ਹੱਕ ਨਹੀਂ। ਹਮਰੀ ਲਿਖਤ ਇਹ ਜਾਨੋ ਖਰੀ। ਇਹ ਸਾਡੀ ਲਿਖਤ ਹੈ, ਇਹਨੂੰ ਚੰਗੀ ਤਰ੍ਹਾਂ ਕਹਿੰਦਾ ਇਹ ਲਿਖਤ ਸਮਝੋ ਤੁਸੀਂ। ਇਹ ਕਹਿੰਦਾ ਜੋ ਮੈਂ ਬੋਲ ਰਿਹਾ ਇਹ ਲਿਖਤ ਹੈ, ਸੋ ਤੁਹਾਡੇ ਵਾਸਤੇ ਖੂਨ ਮਾਫ ਤੁਹਾਨੂੰ ਸਿੰਘਾਂ ਦਾ, ਉਹਨਾਂ ਦੇ ਘਰ ਵਿੱਚੋਂ ਲੁੱਟਿਆ ਹੋਇਆ ਸਾਰਾ ਸਮਾਨ ਤੁਹਾਨੂੰ ਮਾਫ, ਉਹਨਾਂ ਦੇ ਘਰਾਂ ਤੇ ਤੁਸੀਂ ਕਬਜ਼ੇ ਕਰ ਲਓ, ਜ਼ਮੀਨਾਂ ਤੇ ਕਬਜ਼ੇ ਕਰ ਲਓ, ਉਹ ਵੀ ਤੁਹਾਨੂੰ ਮਾਫ ਹੈ। ਦੋਹਰਾ ਜਦ ਨਵਾਬ ਲਾਲਚ ਕਿਓ ਹਿੰਦੂ ਜਟਨ ਬੁਲਾਏ। ਕਹਿੰਦੇ ਜਦੋਂ ਨਵਾਬ ਨੇ ਬਕਾਇਦਾ ਮੀਟਿੰਗ ਸੱਦੀ, ਪਿੰਡਾਂ ਦੇ ਵਿੱਚੋਂ ਜਿੰਨੇ ਇਹ ਮਾਝੇ ਦੇ ਦੁਆਬੇ ਦੇ ਇਲਾਕੇ ਦੇ ਜਿੰਨੇ ਜ਼ਿਮੀਂਦਾਰ ਸੀ ਸੱਦੇ ਆਪਣੇ ਕੋਲ, ਆਖਿਆ ਵੀ ਤੁਸੀਂ ਜਿੰਨੇ ਆਇਓ ਤੁਹਾਨੂੰ ਇਹ ਸਭ ਕੁਝ ਮਾਫ ਹੈ, ਤੁਹਾਨੂੰ ਮੈਂ ਲਿਖਤ ਵੀ ਕਰਕੇ ਦੇ ਦਿੰਨਾ। ਦੀਵੇਂ ਸਿੰਘਨ ਪਕੜ ਕੇ ਲਾਹੌਰ ਸੁਕਈ ਪੁਚਾਈ। ਬਸ ਫਿਰ ਕੀ ਸੀ, ਫਿਰ ਤਾਂ ਹਵਾ ਵੀ ਸਿੰਘਾਂ ਦੀ ਦੁਸ਼ਮਣ ਹੋ ਗਈ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਇਹ ਮਾਹੌਲ ਬਣ ਗਿਆ ਉਸ ਵਕਤ। ਕਹਿੰਦੇ ਫਿਰ ਸਿੰਘਾਂ ਨੂੰ ਫੜ ਫੜ ਕੇ ਲਾਹੌਰ ਪਹੁੰਚਾਉਣ ਲੱਗੇ। ਚੋਪਈ ਜੰਡਿਆਲੇ ਵਾਲੇ ਬਹੁਤ ਫੜਵਾਏ। ਉਹ ਜਿਹੜਾ ਜੰਡਿਆਲੇ ਵਾਲਾ ਸੀ ਨਰੰਜਨੀਆਂ ਹਰ ਭਗਤ, ਜਿਹਦੇ ਬਾਰੇ ਪਿੱਛੇ ਦੱਸ ਕੇ ਆਏ ਨੇ ਵੀ ਇਹਦਾ ਵਡੇਰਾ ਸੀ ਹਿੰਦਾਲ, ਉੱਥੋਂ ਇਹ ਚੱਲੇ ਨਰੰਜਨੀਏ। ਜਿਹੜਾ ਹਰ ਭਗਤ ਨਰੰਜਨੀਆਂ ਸੀ ਇਹਨੇ ਬੜੇ ਸਿੰਘ ਮਰਵਾਏ ਨੇ, ਇਹਨੇ ਬੜੇ ਸਿੱਖ ਸ਼ਹੀਦ ਕਰਵਾਏ ਨੇ। ਉਤੇ ਗੁਰੂ ਇੱਕ ਸਿੱਖ ਕਹਾਵੇ। ਹਾਲਾਂਕਿ ਉਸੇ ਗੁਰੂ ਘਰ ਦੇ ਸਿੱਖ ਇਹ ਕਹਾਉਂਦੇ ਸੀ ਜਿਸ ਗੁਰੂ ਘਰ ਦੇ ਸਿੰਘ ਸਨ। ਇਹ ਵੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹਿੰਦਾਲ ਨੂੰ ਹੋਈ ਸੀ, ਇਹਨਾਂ ਦੇ ਵਡੇਰੇ ਨੂੰ। ਹਾਂਜੀ, ਹਰ ਭਗਤ ਨਿਰੰਜਨੀਓ ਸੋ ਕਹਾਵੇ। ਇਹ ਹਰ ਭਗਤ ਨਿਰੰਜਨੀਆਂ ਆਪਣੇ ਆਪ ਨੂੰ ਕਹਾਉਂਦਾ, ਸੋ ਆਗੇ ਹੋਏ ਸਿੰਘਨ ਫੜਾਵੇ। ਇਹ ਸਭ ਤੋਂ ਮੂਹਰੇ ਹੋ ਕੇ ਸਿੰਘਾਂ ਨੂੰ ਫੜਾਉਂਦਾ। ਹਮਰਾ ਪਿੰਡ ਦੋਏ ਬਾਰ ਲੁਟਾਇਆ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਸਾਡਾ ਪਿੰਡ 2 ਵਾਰੀ ਲੁਟਵਾਇਆ। ਭਾਈ ਰਤਨ ਸਿੰਘ ਦਾ ਪਿੰਡ ਕਿਹੜਾ ਸੀ? ਮੀਰਾਂਕੋਟ। ਕਹਿਣ ਲੱਗੇ ਸਾਡਾ ਪਿੰਡ ਇਹਨੇ 2 ਵਾਰੀ ਲੁਟਾਇਆ ਹਰ ਭਗਤ ਨਿਰੰਜਨੀਏ ਨੇ। ਪਿਤਾ ਹਮਾਰਾ ਕਾਟ ਸੁਟਾਇਆ। ਮੇਰਾ ਪਿਓ ਵੀ ਵੱਢ ਕੇ ਸੁਟਾ ਦਿੱਤਾ ਸੀ ਇਹਨਾਂ ਨੇ। ਰਾਏ ਸਿੰਘ, ਭਾਈ ਰਤਨ ਸਿੰਘ ਦੇ ਪਿਤਾ ਰਾਏ ਸਿੰਘ ਸਨ, ਅੱਗੇ ਕਥਾ ਆਵੇਗੀ। ਕਹਿੰਦੇ ਉਹਨੂੰ ਵੀ ਕਟਵਾ ਕੇ ਸੱਟ ਗਏ ਸੀ, ਆਪਣੇ ਵੱਲੋਂ ਮਾਰ ਕੇ ਸੁੱਟ ਗਏ ਸੀ। ਮਜੀਠੇ ਕੇ ਜੱਟ ਸੋ ਰਾਖੇ ਬੈਰ। ਜਿਹੜੇ ਮਜੀਠੇ ਪਿੰਡ ਦੇ ਜ਼ਿਮੀਂਦਾਰ ਸੀ, ਮਜੀਠਾ ਪਿੰਡ ਅੰਮ੍ਰਿਤਸਰ ਸਾਹਿਬ ਦੇ ਨੇੜੇ, ਕਹਿੰਦੇ ਮਜੀਠੇ ਪਿੰਡ ਦੇ ਜਿਹੜੇ ਉਸ ਵੇਲੇ ਦੇ ਜ਼ਿਮੀਂਦਾਰ ਸੀ ਉਹ ਵੀ ਖਾਲਸੇ ਨਾਲ ਵੈਰ ਰੱਖਦੇ ਸੀ। ਭਾਈ ਰਤਨ ਸਿੰਘ ਜੀ ਕਹਿੰਦੇ ਹਾਂਜੀ, ਹਮਰਾ ਦਾਦਾ ਫੜ ਦਿਓ ਲਾਹੌਰ। ਕਹਿੰਦੇ ਜਿਹੜਾ ਮੇਰਾ ਦਾਦਾ ਗ੍ਰਿਫਤਾਰ ਕਰਵਾਇਆ ਸਰਦਾਰ ਮਤਾਬ ਸਿੰਘ ਮੀਰਾਂਕੋਟੀਆ, ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ,
ਉਹ ਭਾਈ ਰਤਨ ਸਿੰਘ ਦੇ ਦਾਦਾ ਜੀ ਨੇ। ਕਹਿੰਦੇ ਮੇਰਾ ਦਾਦਾ ਗ੍ਰਿਫਤਾਰ ਕਰਵਾ ਕੇ ਜਿਹਨੇ ਸ਼ਹੀਦ ਕਰਵਾਇਆ ਲਾਹੌਰ, ਉਹ ਕੌਣ ਸਨ? ਰਤਨ ਸਿੰਘ ਐਡਰੈਸ ਦੱਸਦੇ ਨੇ ਉਹਨਾਂ ਦਾ, ਕਹਿੰਦੇ ਉਹ ਮਜੀਠੇ ਪਿੰਡ ਦੇ ਸਨ। ਮਜੀਠੇ ਪਿੰਡ ਦੇ ਉਹ ਜ਼ਿਮੀਂਦਾਰ ਸੀ ਜਿਨ੍ਹਾਂ ਨੇ ਮੇਰਾ ਦਾਦਾ ਫੜਾ ਕੇ ਲਾਹੌਰ ਦੇ ਵਿੱਚ ਸ਼ਹੀਦ ਕਰਵਾਇਆ। ਦੋਹਰਾ ਦੀਨ ਚਰਖ ਚੜਾਏ ਤਿਨ ਤਾਰੂ ਸਿੰਘ ਕੇ ਸਾਥ। ਅੱਗੇ ਕਹਿੰਦੇ ਮੈਂ ਵਰਣਨ ਕਰਾਂਗਾ ਜਿਵੇਂ ਭਾਈ ਤਾਰੂ ਸਿੰਘ ਜੀ ਤੋਂ ਪਹਿਲਾਂ ਮੇਰੇ ਦਾਦਾ ਜੀ ਨੂੰ ਸਰਦਾਰ ਮਤਾਬ ਸਿੰਘ ਜੀ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਜਦੋਂ ਕਹਿੰਦੇ ਆ ਨਾ ਇਤਿਹਾਸ ਦਾ ਇਹ ਬੰਦ ਅਰਦਾਸ ਦਾ ਕਿ ਜਿਨ੍ਹਾਂ ਨੂੰ ਚਰਖੜੀਆਂ ਤੇ ਚਾੜਿਆ, ਤੇ ਜਦੋਂ ਸਰਦਾਰ ਸੁਬੇਗ ਸਿੰਘ ਦਾ ਜ਼ਿਕਰ ਆਉਂਦਾ ਹੈ, ਸ਼ਹਬਾਜ਼ ਸਿੰਘ ਦਾ ਜ਼ਿਕਰ ਆਉਂਦਾ ਨਾ, ਉੱਥੇ ਭਾਈ ਸਾਹਿਬ ਭਾਈ ਮਤਾਬ ਸਿੰਘ ਦਾ ਵੀ ਜ਼ਿਕਰ ਆਉਂਦਾ ਹੈ, ਕਿਉਂਕਿ ਚਰਖੜੀਆਂ ਤੇ ਭਾਈ ਮਤਾਬ ਸਿੰਘ ਨੂੰ ਵੀ ਚਾੜ ਕੇ ਸ਼ਹੀਦ ਕੀਤਾ ਗਿਆ ਸੀ। ਉਹਦਾ ਪੋਤਰਾ ਹੈ ਰਤਨ ਸਿੰਘ ਜਿਹਨੇ ਗ੍ਰੰਥ ਲਿਖਿਆ ਪੰਥ ਪ੍ਰਕਾਸ਼। ਕਹਿੰਦੇ ਮੇਰੇ ਦਾਦੇ ਨੂੰ ਲਾਹੌਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੇ ਨਾਲ ਜਿਵੇਂ ਉਹਨਾਂ ਦਾ ਖੋਪਰ ਲਾ ਕੇ ਸ਼ਹੀਦ ਕੀਤਾ, ਮੇਰੇ ਦਾਦੇ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ। ਨਵਾਬ ਤਬੇ ਪੇਟ ਪੀੜਿਆ ਤੜਪ ਮੂਇਆ ਦਿਨ ਰਾਤ। ਕਹਿੰਦੇ ਤਾਰੂ ਸਿੰਘ ਦੀ ਸ਼ਹੀਦੀ ਤੋਂ ਬਾਅਦ ਨਵਾਬ ਦੇ ਢਿੱਡ 'ਚ ਸੂਲ ਉੱਠਿਆ ਤੇ ਤੜਫ ਤੜਫ ਕੇ ਮਰਿਆ ਉਹ ਖਾਨੂ। ਕਹਿੰਦੇ ਮੈਂ ਉਹ ਵੀ ਅੱਗੇ ਦੱਸਾਂਗਾ। ਚੋਪਈ ਕਰਮਾ ਛੀਨਾ ਛੀਨੀ ਰਹੇ। ਇੱਕ ਛੀਨਾ ਪਿੰਡ ਹੈ ਤਰਨਤਾਰਨ ਸਾਹਿਬ ਦੇ ਨੇੜੇ, ਉੱਥੋਂ ਦਾ ਰਹਿਣ ਵਾਲਾ ਸੀ ਇੱਕ ਕਰਮਾ ਛੀਨਾ, ਤੇ ਛੀਨੇ ਬਾਬਾ ਬਿਧੀ ਚੰਦ ਸਾਹਿਬ ਵੀ ਸਨ। ਐਸਾ ਨਹੀਂ ਵੀ ਸਾਰੇ ਇੱਕੋ ਜਿਹੇ ਹੁੰਦੇ, ਕਿਸੇ ਕੌਮ 'ਚ, ਕਿਸੇ ਮਜ਼ਹਬ 'ਚ, ਕਿਸੇ ਮਤ 'ਚ, ਕਿਸੇ ਜਾਤੀ 'ਚ ਜੇ ਕੋਈ ਇੱਕਾ ਦੁੱਕਾ ਕੋਈ ਵਿਅਕਤੀ ਹੁੰਦਾ ਇਦਾਂ ਦਾ, ਤੇ ਸਾਰਿਆਂ ਨੂੰ ਥੋੜੀ ਉਸੇ ਤਰਾਜੂ 'ਚ ਪਾ ਕੇ ਤੋਲਾਂਗੇ। ਕਿੱਥੇ ਬਿਧੀ ਚੰਦ ਛੀਨੇ ਨੂੰ ਮਹਾਰਾਜ ਜੀ ਕਹਿੰਦੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਉੱਥੇ ਛੀਨੇ ਪਿੰਡ ਦਾ ਛੀਨਿਆਂ ਦਾ ਹੀ ਗੋਤ ਹੈ ਇੱਕ, ਉਹਦੇ ਵਿੱਚੋਂ ਸਿੱਖ ਕਰਮੂ ਛੀਨਾ ਇਹਨੂੰ ਕਹਿੰਦੇ ਸਨ ਸਿੰਘ। ਪਾਪੀ ਸੀ ਇਹ ਬੜਾ ਰੱਜ ਕੇ, ਜਿਹੜਾ ਉਹ ਕਰਮਾ ਛੀਨਾ ਸੀ। ਵਿਦੋਸ਼ੀ ਸਿੰਘਨ ਮਾਰਤ ਵਏ। ਕਹਿੰਦੇ ਵੀ ਮੁਖਬਰ ਸੀ ਪੱਕਾ ਖਾਨੂ ਦਾ ਜ਼ਕਰੀਏ ਦਾ, ਇਹਨੇ ਵੀ ਬੜੇ ਬੇਦੋਸ਼ੇ ਸਿੰਘ ਫੜ ਕੇ ਮਰਵਾਏ। ਰਾਜੇ ਸਾਂਸੀ ਕੇ ਸਿੰਘ ਬਹੁ ਮਾਰੇ। ਇਹਨੇ ਕਿੱਥੋਂ ਦੇ ਸਿੰਘ ਸ਼ਹੀਦ ਕੀਤੇ? ਰਾਜਾ ਸਾਂਸੀ, ਜਿੱਥੇ ਅੱਜ ਅੰਮ੍ਰਿਤਸਰ ਸਾਹਿਬ 에ਅਰਪੋਰਟ ਹੈ ਨਾ, ਇੱਥੋਂ ਦੇ ਬਹੁਤ ਸਾਰੇ ਸਿੰਘ ਪਕੜ ਕੇ ਉਹਨਾਂ ਦੀ ਮੁਖਬਰੀ ਕਰਕੇ ਕਰਮੇ ਛੀਨੇ ਨੇ ਸ਼ਹੀਦ ਕਰਵਾਏ। ਖਾਲਸੇ ਅੱਗੇ ਭਈ ਪੁਕਾਰੇ। ਫਿਰ ਉਹਨਾਂ ਨੇ ਪੁਕਾਰ ਕੀਤੀ, ਰਾਜਾ ਸਾਂਸੀ ਦੀ ਜਿਹੜੀ ਬਾਕੀ ਸਿੰਘ ਸਨ ਉਹਨਾਂ ਅੱਗੇ ਖਾਲਸੇ ਅੱਗੇ ਪੁਕਾਰ ਕੀਤੀ, ਖਾਲਸਾ ਜੀ ਏਦਾਂ ਕਰਮੂ ਛੀਨੇ ਨੇ ਸਾਡੇ ਨਗਰ ਦੇ ਸਿੰਘਾਂ ਨੂੰ ਮਰਵਾਇਆ। ਦੁਸ਼ਟ ਬਹੁਤ ਤੋਂ ਰਾਮਾ ਰੰਧਾਵਾ। ਇੱਕ ਸੀ ਰਾਮਾ ਰੰਧਾਵਾ, ਇਹ ਸੀ ਮਹਿਤੇ ਦੇ ਨੇੜੇ ਮਾਝੇ ਦੇ ਵਿੱਚ ਹੀ ਨਗਰ ਹੈ ਘਣੀਏ ਕੇ ਬਾਂਗਰ, ਉੱਥੋਂ ਦਾ ਰਹਿਣ ਵਾਲਾ ਸੀ ਰਾਮਾ ਰੰਧਾਵਾ। ਇਹਨੇ ਬੜੇ ਸਿੰਘ ਮਰਵਾਏ, ਇਹਨੇ ਵੀ ਬਜਾ ਕੇ ਮੁਖਬਰੀ ਕਰਦਾ ਸੀ ਸਿੰਘਾਂ ਦੀ, ਬਹੁਤ ਸਾਰੇ ਸਿੰਘ ਇਹਨੇ ਸ਼ਹੀਦ ਕਰਵਾਏ। 300 ਕਿਲਾ ਜਿਨੇ ਆਪ ਬਣਾਵਾ। ਇਹਨੇ ਆਪਣਾ ਕਿਲਾ ਬਣਾਇਆ ਹੋਇਆ ਸੀ ਰਾਮੇ ਰੰਧਾਵੇ ਨੇ। ਵੈ ਸਿੰਘਨ ਕੋ ਬਹੁਤ ਅਕਾਵੇ। ਇਹ ਵੀ ਸਿੰਘਾਂ ਨੂੰ ਬੜਾ ਦੁੱਖ ਦਿੰਦਾ ਸੀ, ਇਹ ਵੀ ਬੜੇ ਸਿੰਘਾਂ ਨੂੰ ਪਕੜਾਉਂਦਾ ਸੀ। ਆਪੇ ਪਕੜੇ ਆਪ ਮਰਾਵੇ। ਇਹਨੇ ਫੌਜ ਵੀ ਰੱਖੀ ਹੋਈ ਆਪਣੇ ਨਾਲੇ, ਤਾਂ ਆਪ ਹੀ ਫੜ ਕੇ ਆਪ ਹੀ ਮਾਰਦਾ ਸੀ। ਉਹਨਾਂ ਦੇ ਸਿਰ ਵੱਢ ਕੇ ਲਾਹੌਰ ਦਰਬਾਰ 'ਚ ਭੇਜ ਕੇ ਨਾਮ ਲੈਂਦਾ ਸੀ। ਉਹਨਾਂ ਸਿੰਘਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਦਾ ਸੀ। ਤਿਨੇ ਕਹਾਣੀ ਜਗਤ ਚਲਾਈ। ਇਹਨੇ ਇੱਕ ਕਹਾਣੀ ਜਗਤ 'ਚ ਚਲਾਈ ਰਾਮੇ ਰੰਧਾਵੇ ਨੇ। ਰਾਮੇ ਦੇਸ ਨ ਜਾਇਓ ਭਾਈ। ਕਹਿਣ ਲੱਗਾ ਲੋਕਾਂ ਨੂੰ ਕਹਿ ਦਿਓ ਇਹਨਾਂ ਸਿੰਘਾਂ ਨੂੰ ਕਿ ਜਿਨ੍ਹਾਂ ਨੇ ਬਚਣਾ ਉਹ ਰਾਮੇ ਦੇ ਦੇਸ਼ ਨਾ ਜਾਣ। ਇਦਾਂ ਕਹਿੰਦੇ ਹਨ, ਹਮ ਰਾਮੇ ਦੇਸ ਨ ਜਾਵੇਂਗੇ। ਕਹਿੰਦੇ ਸਿੰਘਾਂ ਦੇ ਵਿੱਚ ਇਹ ਗੱਲ ਕਹਾਉਂਦਾ, ਕਹਿੰਦਾ ਤੁਸੀਂ ਇਹ ਗੱਲ ਆਖੋ ਕਿ ਅਸੀਂ ਰਾਮੇ ਦੇ ਦੇਸ਼ ਨਹੀਂ ਜਾਣਾ, ਘਣੀਏ ਕੇ ਬਾਂਗਰ ਦੇ ਇਲਾਕੇ 'ਚ ਨਹੀਂ ਜਾਣਾ। ਡੇਲਾ ਬਾਟਾ ਮਾਝੇ ਕੋ ਖਾਵੇਂਗੇ। ਅਸੀਂ ਇੱਧਰ ਡੇਲਾ ਬਾਟਾ ਯਾਨੀ ਕਿ ਜੋ ਮਿਲ ਜਾਏਗਾ ਕਰੀਰ ਫੁੱਲ ਉਹ ਖਾ ਕੇ ਆਪਣਾ ਡੰਗ ਟਪਾ ਲਵਾਂਗੇ,
ਪਰ ਜੇ ਜ਼ਿੰਦਗੀ ਬਚਾਉਣੀ ਤੇ ਰਾਮੇ ਦੇ ਦੇਸ਼ ਨਾ ਜਾਇਓ। ਰਹਿ ਜੋਧਾ ਨਗਰੀ ਧਰਮ ਜੋਦਾਸ, ਕਹਿੰਦੇ ਇੱਕ ਜੋਧਾ ਨਗਰੀ ਹੈ, ਉੱਥੋਂ ਦਾ ਸੀ ਇੱਕ ਧਰਮਦਾਸ। ਕੀਨੋ ਚਏ ਸੋ ਸਿੰਘਨ ਨਾਸ, ਇਹਦਾ ਨਾਂ ਧਰਮਦਾਸ ਸੀ ਪਰ ਰੱਜ ਕੇ ਧਰਮੀ ਸੀ ਇਹ ਪਾਪੀ। ਇਹ ਜੋਧਾ ਨਗਰੀ ਦਾ ਰਹਿਣ ਵਾਲਾ ਸੀ, ਤੋ ਉੱਥੋਂ ਦਾ ਰਹਿਣ ਵਾਲਾ। ਤੇ ਇਹਨੇ ਵੀ ਬੜੇ ਭਾਈ ਸਾਹਿਬ ਉਹਨਾਂ ਦਾ, ਜਿਨ੍ਹਾਂ ਦਾ ਵੇਰਵਾ ਮਿਲਿਆ ਵੀ ਕਿਹਨਾਂ ਕਿਹਨਾਂ ਸਿੰਘ ਮਰਵਾਏ, ਉਹਨਾਂ ਦਾ ਜ਼ਿਕਰ ਦੇ ਰਹੇ ਨੇ, ਬਾਇਓਡਾਟਾ ਦੱਸ ਰਹੇ ਨੇ ਉਹਨਾਂ ਦਾ ਵੀ ਘਣੀਏ ਕੇ ਬਾਂਗਰ ਦਾ ਰਾਮਾ ਰੰਧਾਵਾ, ਜੰਡਿਆਲੇ ਦਾ ਰਹਿਣ ਵਾਲਾ ਹਰਭਗਤ ਨਿਰੰਜਨੀਆਂ, ਛੀਨਿਆਂ ਪਿੰਡ ਦਾ ਰਹਿਣ ਵਾਲਾ ਕਰਮੂ ਛੀਨਾ। ਇਦਾਂ ਇੱਥੇ ਜੋਧਾ ਨਗਰੀ ਦਾ ਰਹਿਣ ਵਾਲਾ ਧਰਮਦਾਸ। ਇਸ ਪਾਪੀ ਨੇ ਵੀ ਬਹੁਤ ਸਾਰੇ ਸਿੰਘ ਮਰਵਾਏ, ਸ਼ਹੀਦ ਕਰਵਾਏ। ਮੱਸਾ ਰੰਗਣ ਰਿਓ ਮੰਡਿਆਲੇ, ਇੱਕ ਸਭ ਤੋਂ ਵੱਡਾ ਮਲੇਛ ਸੀ ਮੱਸਾ ਰੰਗੜ ਪਾਪੀ, ਮੰਡਿਆਲੇ ਦਾ ਰਹਿਣ ਵਾਲਾ। ਇਹ ਮੰਡਿਆਲੇ ਪਿੰਡ ਦਾ ਸੀ। ਕਰੇ ਬੇਦਬੀ ਆਏ ਦਰਬਾਰੇ ਨਾਲੇ, ਇਹ ਪਾਪੀ ਦਰਬਾਰ ਸਾਹਿਬ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਬੇਅਦਬੀ ਕਰਦਾ ਸੀ। ਅਕਸਰ ਆਉਂਦਾ ਸੀ ਉੱਥੇ, ਪੱਕਾ ਡੇਰਾ ਵੀ ਰੱਖ ਲੈਂਦਾ ਸੀ, ਉੱਥੇ ਜਾਂਦਾ ਸੀ। ਇਹਨੇ ਮਲੇਛ ਨੇ ਇਹੋ ਜਿਹੀ ਬੇਅਦਬੀ ਕੀਤੀ ਗੁਰੂ ਸਾਹਿਬ ਦੇ ਦਰਬਾਰ ਦੀ ਕਿ ਜਿੱਥੇ ਕੀਰਤਨ ਦੀਆਂ ਛਹਿਬਰਾਂ ਲੱਗਦੀਆਂ ਸਨ, ਉਸ ਪਵਿੱਤਰ ਦਰਬਾਰ ਦੇ ਵਿੱਚ ਵੇਸ਼ਵਾ ਕੋਲੋਂ ਨਾਚ ਕਰਾ ਕੇ ਗੰਦੇ ਅਸ਼ਲੀਲ ਗੀਤ ਗਵਾਉਂਦਾ ਸੀ। ਤਦੇ ਤੇ ਸਿੰਘ ਉਹ ਬੁੱਢੇ ਜੋੜ ਤੋਂ ਆਏ, ਆਖਿਆ ਸਾਡੇ ਜੀਵਨ ਤੇ ਤਰਕਾਰ, ਸਾਡੇ ਜਿਉਂਦਿਆਂ ਗੁਰੂ ਸਾਹਿਬ ਦੇ ਦਰਬਾਰ ਦੀ ਬੇਅਦਬੀ ਕਰਦਾ ਮਲੇਛ। ਅੱਗੇ ਉਹ ਕਥਾ ਆਵੇਗੀ ਭਾਈ ਸੁੱਖਾ ਸਿੰਘ ਤੇ ਮਤਾਬ ਸਿੰਘ ਦੀ। ਪੰਥ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ, ਹੈਣ ਤੇ ਰਹਿਣਗੇ, ਕਿਉਂਕਿ ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਪੰਥ ਹੈ। ਇਹ ਮਤ ਜਾਣੋ ਕਿਸੇ ਚੀਜ਼ ਦਾ ਬੀਜ ਨਾਸ ਹੁੰਦਾ ਹੈ, ਸदैवी ਹੈ। ਇਹ ਮੱਸਾ ਰੰਗੜ ਜਿਹੜਾ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਪਵਿੱਤਰ ਅਮਰ ਦਰਬਾਰ ਦੀ ਕਈ ਵੇਰੀ ਬੇਅਦਬੀ ਕਰਦਾ ਸੀ। ਦੋਹਰਾ ਸਾਹਿਬ ਰਾਏ ਸੰਦੂਹ ਤੋਂ ਬਸੀ ਨੁਸ਼ਹਿਰੇ ਗਾਏ, ਨਸ਼ਹਿਰਾ ਪੰਨੂਆ ਇੱਕ ਪਿੰਡ ਹੈ ਇੱਧਰ ਮਾਝੇ 'ਚ, ਉੱਥੋਂ ਦਾ ਰਹਿਣ ਵਾਲਾ ਸੀ ਇੱਕ ਸਾਹਿਬ ਰਾਏ ਚੌਧਰੀ, ਜਿਹਦੀ ਪਿੱਛੇ ਕੁਝ ਕਥਾ ਤੁਸੀਂ ਸੁਣ ਵੀ ਆਏ ਹੋ। ਤਾਰਾ ਸਿੰਘ ਵਾਂ ਪ੍ਰਸੰਗ ਹੈ। ਇਹ ਘੋੜੀਆਂ ਛੱਡਦਾ ਸੀ ਸਿੰਘਾਂ ਦੇ ਖੇਤਾਂ 'ਚ, ਤੇ ਸਿੰਘਾਂ ਨੇ ਆਖਿਆ ਚੌਧਰੀ ਆਪਣੇ ਖੇਤ 'ਚ ਬੰਨ ਲਿਆ ਕਰ। ਕਹਿੰਦਾ ਹਾਲੇ ਰੱਸੇ ਨਹੀਂ ਹੈਣ ਮੇਰੇ ਕੋਲ, ਸਿੰਘਾਂ ਦੇ ਕੇਸ ਕੱਟਾਂਗਾ, ਉਹਦੇ ਰੱਸੇ ਬਣਾ ਕੇ ਫਿਰ ਘੋੜੀਆਂ ਨੂੰ ਬੰਨਾਂਗਾ। ਉਹ ਸਾਹਿਬ ਰਾਏ ਚੌਧਰੀ, ਇਹਨੇ ਵੀ ਨਸ਼ਹਿਰੇ ਪੰਨੂਏ ਵਾਲੇ ਨੇ ਬੜੇ ਸਿੰਘ ਸ਼ਹੀਦ ਕਰਵਾਏ। ਇਹਨੇ ਵੀ ਬੜੇ ਸਿੰਘਾਂ ਦੀ ਮੁਖਬਰੀ ਕਰਕੇ ਸਿੰਘ ਮਰਵਾਏ। ਫੜ ਫੜ ਸਿੰਘਨ ਵੈ ਕੱਟੇ ਸਿਰ ਦੀ ਲਾਹੌਰ ਪਹੁੰਚਾਏ, ਬਹੁਤ ਸਾਰੇ ਸਿੰਘ ਫੜ ਕੇ ਉਹਨਾਂ ਦੇ ਸਿਰ ਕੱਟਦਾ ਸੀ ਤੇ ਗੱਡੇ ਭਰ ਭਰ ਕੇ ਲਾਹੌਰ ਭੇਜਦਾ ਸੀ। ਕੱਲੇ ਕੱਲੇ ਸਿਰ ਦਾ ਮੁੱਲ ਲੈਂਦਾ ਸੀ। ਤਦੇ ਲਾਹੌਰ ਦੀ ਧਰਤੀ ਤੇ ਸ਼ਹੀਦਾਂ ਦੇ ਗੰਜ ਉਸਰੇ, ਗੰਜ ਦਾ ਮਤਲਬ ਢੇਰ ਲੱਗੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ। ਤੁਸੀਂ ਵਿਚਰੋ, ਅੱਜ ਵੀ ਅਨੇਕਾਂ ਸ਼ਹੀਦ ਗੰਜ ਤੁਹਾਨੂੰ ਉੱਥੇ ਨਜ਼ਰ ਆਉਣਗੇ। ਸ਼ਹੀਦ ਗੰਜ, ਕਿਉਂਕਿ ਸਿਰ ਜਿਹੜੇ ਸਨ ਉਹ ਭਰ ਭਰ ਕੇ ਭੇਜੇ ਜਾਂਦੇ ਸਨ। ਜੋ ਭਾਈ ਤਾਰੂ ਸਿੰਘ ਪਰ ਚੁਗਲੀ ਖਾਈ, ਭਾਈ ਤਾਰੂ ਸਿੰਘ ਦੀ ਜਿਹੜੀ ਚੁਗਲੀ ਸੀ ਉਹ ਵੀ ਇਸੇ ਚੌਧਰੀ ਨੇ ਕੀਤੀ ਸੀ, ਸਾਹਿਬ ਰਾਏ ਨੇ। ਇਸੇ ਨੇ ਮੁਖਬਰੀ। ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਕਾਰਨ ਵੀ ਇਹ ਮਲੇਛ ਸੀ। ਤੁਰਕਨ ਕੀ ਉਹਨੂੰ ਫੌਜ ਮੰਗਾਈ, ਇਸੇ ਨੇ ਤੁਰਕਾਂ ਦੀ ਫੌਜ ਮੰਗਾਈ ਸੀ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਾਉਣ ਲਈ। ਆਏ ਤੁਰਕਨ ਸੋ ਲਿਓ ਗਹਾਏ, ਔਰ ਆਪ ਇਹ ਤੁਰਕਾਂ ਦੇ ਨਾਲ ਆਇਆ ਔਰ ਆ ਕੇ ਭਾਈ ਤਾਰੂ ਸਿੰਘ ਹੋਣਾ ਨੂੰ ਫੜ ਲਿਆ। ਲਾਹੌਰ ਮੱਧ ਸੋ ਦਿਓ ਪਹੁੰਚਾਏ, ਔਰ ਲਾਹੌਰ ਸ਼ਹਿਰ ਵਿੱਚ ਭਾਈ ਤਾਰੂ ਸਿੰਘ ਹੋਣਾ ਨੂੰ ਭੇਜਿਆ। ਉੱਥੇ ਵੀ ਜੋ ਘਟਨਾ ਘਟੀ ਮੈਂ ਉਹ ਵੀ ਦੱਸਾਂਗਾ ਅੱਗੇ। ਦੋਹਰਾ ਸੁਨੋ ਸੁਪੋਰਖ ਖਾਲਸੇ ਜਿਮ ਥੋੜਨ ਬੋਤੇ ਜੀਤ, ਕਹਿੰਦੇ ਸੁਣੋ ਹੁਣ ਖਾਲਸੇ ਦਾ ਪੌਰਖ, ਕਿਹੋ ਜਿਹੇ ਹਾਲਾਤਾਂ 'ਚ ਸੀ ਖਾਲਸਾ, ਪਰ ਫਿਰ ਵੀ ਕਿੰਨਾ ਪੌਰਖ ਸੀ। ਪੌਰਖ ਦਾ ਮਤਲਬ ਬਲ, ਤਾਣ, ਕਿਉਂਕਿ ਖਾਲਸਾ ਆਪਣੇ ਤਾਣ ਨਾਲ ਨਹੀਂ ਸੀ ਲੜਦਾ, ਖਾਲਸਾ ਲੜਦਾ ਸੀ ਕਲਗੀਧਰ ਦੇ ਤਾਣ ਨਾਲ। ਜਿਮ ਥੋੜਨ ਬਹੁਤੇ ਜੀਤ, ਜਿਵੇਂ ਥੋੜਿਆਂ ਨੇ ਬਹੁਤਿਆਂ ਨੂੰ ਜਿੱਤਿਆ। ਇਹ ਉਹ ਇਤਿਹਾਸ ਹੈ।
ਖਾਲਸੇ ਪੰਥ ਦਾ ਉਹ ਇਤਿਹਾਸ ਹੈ। ਸਾਡੇ ਵੱਡੇ ਭਾਗ ਨੇ ਸਾਨੂੰ ਇਹ ਕਥਾ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਬੇਨਤੀ ਹੈ ਸਨਿਮਰ ਕਿ ਭਾਈ ਇਹ ਕਥਾ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਬਹਿ ਕੇ ਸੁਣਨ ਵਾਸਤੇ ਜ਼ਰੂਰ ਹਦਾਇਤ ਕਰੋ। ਸਿੰਘ ਇਹ ਨੈਟ ਤੇ ਵੀ ਪਾ ਦਿੰਦੇ ਆ ਕਥਾ, ਨਹੀਂ ਆ ਸਕਦੇ, ਬੱਚਿਆਂ ਦੀਆਂ ਪੜ੍ਹਾਈਆਂ ਹਨ। 1 ਘੰਟੇ ਦਾ ਇਹ ਪ੍ਰਸੰਗ ਹੁੰਦਾ ਕਥਾ ਦਾ। ਤੋ ਸ਼ਾਮ ਸਮੇਂ ਜਾਂ ਸਵੇਰ ਸਮੇਂ, ਜਦੋਂ ਵੀ ਰਾਤ ਨੂੰ ਸੌਣ ਵੇਲੇ 1 ਘੰਟਾ ਉਹ ਬੱਚੇ ਇਤਿਹਾਸ ਦੀ ਇਹ ਕਥਾ ਜ਼ਰੂਰ ਸੁਣਿਆ ਕਰਨ, ਪਤਾ ਲੱਗੇ ਉਹਨਾਂ ਨੂੰ ਵੀ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ। ਨੌਜਵਾਨ ਵੀਰਾਂ ਨੂੰ ਬੇਨਤੀ ਹੈ, ਇਸ ਪਵਿੱਤਰ ਕਥਾ ਨੂੰ, ਇਹ ਪੰਥ ਪ੍ਰਕਾਸ਼ ਦੀ ਕਥਾ ਨੂੰ ਗੌਰ ਨਾਲ ਸੁਣਦੇ ਵੀ ਨੇ ਬਹੁਤ। ਬੜੇ ਬੜੇ ਨੌਜਵਾਨ ਵੀਰਾਂ ਦੇ ਫੋਨ ਵੀ ਆਉਂਦੇ ਆ ਕਿ ਇਸ ਇਤਿਹਾਸ ਸੁਣਨ ਤੋਂ ਬਾਅਦ ਸਾਡੇ ਜੀਵਨ ਬਦਲ ਗਏ ਹਨ, ਅਸੀਂ ਮਾੜਿਆਂ ਰਾਹਾਂ ਨੂੰ ਛੱਡ ਕੇ ਸਿੱਧੇ ਰਾਹਾਂ ਤੇ ਪੈ ਗਏ। ਤੋ ਇਹ ਬਜ਼ੁਰਗਾਂ ਦੀ, ਮਾਂ-ਬਾਪ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਇਤਿਹਾਸ ਦੀ ਕਥਾ ਆਪਣੇ ਬੱਚਿਆਂ ਨੂੰ ਸਰਵਣ ਕਰਾਉਣ ਕਿ ਸਾਡੇ ਪੁਰਖਿਆਂ ਦਾ ਇਤਿਹਾਸ ਹੈ। ਸੁਣੋ ਖਾਲਸੇ ਦਾ ਪੌਰਖ, ਜਿਵੇਂ ਥੋੜਨ ਬਹੁਤੇ ਜੀਤ, ਜਿਵੇਂ ਥੋੜਿਆਂ ਨੇ ਬਹੁਤਿਆਂ ਨੂੰ ਜਿੱਤਿਆ। ਥੋੜੇ ਸਨ ਪਰ ਉਹਨਾਂ ਥੋੜਿਆਂ ਨੇ ਬਹੁਤਿਆਂ ਤੇ ਜਿੱਤ ਪ੍ਰਾਪਤ। ਅੱਜ ਕਹਿ ਦਿੰਦੇ ਆ ਨਾ, ਥੋੜੇ ਆ ਜੀ ਅਸੀਂ, ਸਾਡੀ ਗਿਣਤੀ ਥੋੜੀ ਹੈ। ਕਿਵੇਂ ਥੋੜਿਆਂ ਨੇ ਬਹੁਤਿਆਂ ਤੇ ਜਿੱਤ ਪ੍ਰਾਪਤ ਕੀਤੀ ਹੈ, ਹੁਣ ਉਹ ਵੀ ਕਥਾ ਸੁਣਾਵਾਂਗੇ। ਹਮਰੇ ਦਾਦੇ ਥੋਕੀਓ ਮਰਨ ਧਰਮ ਤਰ ਚੀਤ। ਮੈਂ ਸੁਣਾਵਾਂਗਾ ਆਪਣੇ ਦਾਦੇ ਦਾ ਇਤਿਹਾਸ। ਭਾਈ ਰਤਨ ਸਿੰਘ ਕਹਿੰਦੇ ਕਿ ਜਿਹਨੇ ਧਰਮ ਵਾਸਤੇ ਮਰਨਾ ਠਾਣ ਲਿਆ ਸੀ ਹਿਰਦੇ 'ਚ, ਮੇਰੇ ਦਾਦਾ ਸਰਦਾਰ ਮਤਾਬ ਸਿੰਘ ਮੀਰਾਂ ਕੋਟੀਏ ਨੇ। ਕਹਿੰਦੇ ਉਹ ਪ੍ਰਸੰਗ ਮੈਂ ਤੁਹਾਨੂੰ ਸਰਵਣ ਕਰਾਵਾਂਗਾ। ਨਵਾਬ ਸੁਖਾਨ ਬਹਾਦਰੋ ਸਿੰਘਨ ਪਰ ਕੀਓ ਜ਼ੋਰ। ਖਾਨੂ ਨੇ, ਜ਼ਕਰੀਏ ਨੇ ਸਿੰਘਾਂ ਉੱਤੇ ਬੜਾ ਜ਼ੋਰ ਪਾਇਆ, ਬੜੇ ਸਿੰਘ ਖੁਆਰ ਕੀਤੇ, ਬਹੁਤਿਆਂ ਤੇ ਜ਼ੁਲਮ ਕੀਤਾ। ਇਮ ਮੁਲਖੀਨ ਬੁਲਾਏ ਕੈ ਲਿਖਿਓ ਵਿੱਚ ਲਾਹੌਰ। ਇਹਨੇ ਮੁਲਕ ਸੱਦਿਆ ਸਾਰਾ, ਆਮ ਲੋਕਾਂ ਨੂੰ ਸੱਦ ਕੇ ਉਹਨਾਂ ਨੂੰ ਲਿਖਤ ਕਰਕੇ ਦਿੱਤੀ, ਆ ਲੋ ਤੁਹਾਨੂੰ ਖੂਨ ਮਾਫ ਸਿੰਘਾਂ ਦੇ, ਆ ਲੋ ਉਹਨਾਂ ਘਰੋਂ ਲੁੱਟਿਆ ਹੋਇਆ ਸਮਾਨ ਤੁਹਾਨੂੰ ਮਾਫ, ਉਹਨਾਂ ਦੀਆਂ ਲੁੱਟੀਆਂ ਜਗੀਰਾਂ ਜ਼ਮੀਨਾਂ ਤੁਹਾਨੂੰ ਮਾਫ। ਇਦਾਂ ਲਿਖ ਲਿਖ ਕੇ ਪਟੇ ਦਿੱਤੇ ਨੇ ਲੋਕਾਂ ਨੂੰ। ਜੋ ਪਈ ਜੋ ਸਿੰਘਨ ਕੋ ਲੁਕਾਵੇ। ਨਾਲੇ ਵੀ ਲਿਖਿਆ, ਜਿਹੜਾ ਕਿਸੇ ਸਿੰਘ ਨੂੰ ਪਨਾਹ ਦੇਵੇਗਾ, ਜਿਹੜਾ ਕਿਸੇ ਸਿੰਘ ਨੂੰ ਆਪਣੇ ਕੋਲ ਲੁਕਾਵੇਗਾ, ਸੋਵੇ ਆਪਣੀ ਜਾਨ ਗਵਾਵੇ। ਉਹ ਸਿੰਘ ਤਾਂ ਮਾਰਾਂਗੇ ਅਸੀਂ, ਉਹਨੂੰ ਵੀ ਗਵਾ ਦੇਾਂਗੇ, ਮੁਕਾ ਦੇਾਂਗੇ, ਉਹਦਾ ਪਰਿਵਾਰ ਪੀੜ ਕੇ ਰੱਖ ਦੇਾਂਗੇ। ਆਏ ਸਿੰਘ ਬਤਾਵੇ ਨਾਹੀ। ਜਿਹੜਾ ਆ ਕੇ ਦੱਸੇ ਨਾ, ਵੇਖ ਕੇ ਵੀ ਸਿੰਘ ਵੇਖੇ ਤੇ ਸਾਨੂੰ ਆ ਕੇ ਦੱਸ ਨਾ ਪਾਵੇ, ਵੈ ਪੀ ਆਪਣੀ ਜਿੰਦ ਗਵਾਈ। ਉਹਦੀ ਵੀ ਜਿੰਦ ਗਵਾ ਦੇਾਂਗੇ, ਉਹਦਾ ਟੱਬਰ ਰੋਲ ਦੇਾਂਗੇ। ਜੋ ਸਿੰਘਨ ਕੋ ਸਾਖ ਕरेवे। ਤੇ ਜਿਹੜਾ ਸਿੰਘਾਂ ਨਾਲ ਰਿਸ਼ਤੇਦਾਰੀ ਰੱਖੇਗਾ, ਸਿੰਘਾਂ ਦੇ ਨਾਲ ਆਪਣੀਆਂ ਧੀਆਂ ਭੈਣਾਂ ਵਿਆਹਵੇਗਾ ਜਾਂ ਰਿਸ਼ਤੇ ਕਰੇਗਾ, ਮੁਸਲਮਾਨ ਸੋ ਹੋਵਨ ਲੇਵੇ। ਕਹਿੰਦਾ ਉਹਨੂੰ ਫੜ ਕੇ ਮੈਂ ਜਬਰੀ ਮੁਸਲਮਾਨ ਬਣਾਵਾਂਗਾ, ਉਹਨੂੰ ਜਬਰੀ ਇਸਲਾਮ ਦੇ ਵਿੱਚ ਲਿਆਵਾਂਗਾ। ਜੋ ਸਿੰਘਨ ਕੋ ਦੇਵੇ ਨਾਜ। ਜਿਹੜਾ ਸਿੰਘਾਂ ਨੂੰ ਅਨਾਜ ਦੇਵੇਗਾ, ਉਹਨਾਂ ਦੀ ਰੋਟੀ ਦੀ ਮਦਦ ਕਰੇਗਾ, ਉਹਨਾਂ ਨੂੰ ਭੋਜਨ ਦੇਵੇਗਾ, ਮੁਸਲਮਾਨ ਕਰੋ ਤਿਸ ਕਾਜ। ਕਹਿੰਦਾ ਉਸੇ ਵੇਲੇ ਮੈਨੂੰ ਪਤਾ ਲੱਗਣ ਤੇ ਉਹਨੂੰ ਮੈਂ ਮੁਸਲਮਾਨ ਬਣਾਵਾਂਗਾ, ਉਹਨੂੰ ਇਸਲਾਮ ਦੇ ਵਿੱਚ ਲੈ ਕੇ ਆਵਾਂਗਾ। ਦੋਹਰਾ ਐਸੀ ਐਸੀ ਕੂਰ ਕਰ ਦੀਨੇ ਲੋਕ ਡਰਾਏ। ਏਦਾਂ ਦੀਆਂ ਘੂਰ ਕੱਪੀਆਂ ਕਰਕੇ ਨੇ ਲੋਕਾਂ ਨੂੰ ਡਰਾ ਦਿੱਤਾ, ਦਹਿਸ਼ਤ ਪਾ ਦਿੱਤੀ ਜ਼ਕਰੀਏ ਨੇ। ਤੇ ਸਿੰਘਾਂ ਦੇ ਪਰਛਾਵੇਂ ਤੋਂ ਵੀ ਲੋਕ ਭੈ ਭੀਤ ਹੁੰਦੇ। ਵੇਖ ਕੇ ਉਹ ਕਈਆਂ ਨਾ ਦੱਸਣਾ ਵਾਸਤੇ ਵੀ ਦਿਲ ਕਰਦਾ, ਫਿਰ ਵੀ ਦੱਸ ਕੇ ਆਉਂਦੇ, ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਸਾਨੂੰ ਮਾਰਨਗੇ। ਇਦਾਂ ਕਹਿੰਦੇ ਬਹੁਤ ਜ਼ਿਆਦਾ ਲੋਕ ਭੈ ਭੀਤ ਤੇ ਡਰ ਗਏ। ਜ਼ਕਰੀਏ ਨੇ ਆਪਣੀ ਦਹਿਸ਼ਤ ਬਣਾਈ। ਕਈਨ ਕੋ ਸਿਰ ਪਾਉ ਦੇ ਦੀਨੇ ਵਿੱਚੋਂ ਪੜਾਏ। ਕਈਆਂ ਨੂੰ ਸੱਦ ਕੇ ਸਿਰੇ ਪਾਉ ਦੇ ਕੇ ਨਾ ਉਹਨਾਂ ਨੂੰ ਕਿ ਤੈਨੂੰ ਫਲਾਣੇ ਪਿੰਡ ਦਾ ਚੌਧਰੀ ਬਣਾ ਦਿੱਤਾ। ਜਿਹੜੇ ਕਿਤੇ ਆਪਸ ਵਿੱਚ ਸਿੰਘਾਂ ਨਾਲ ਕੋਈ ਸਾਂਝ, ਉਹਨੂੰ ਪਾੜ ਦਿੱਤਾ, ਸਰੋਪਾ ਦੇ ਕੇ, ਲਾਲਚ ਦੇ ਕੇ, ਆ ਜਾ ਤੈਨੂੰ ਪਦਵੀ ਦੇ ਦਿੰਨੇ ਆ, ਤੂੰ ਸਿੰਘ ਫੜਾ। ਇਹ ਨੀਤੀਆਂ ਹੁੰਦੀਆਂ ਭੈੜੀਆਂ ਕੂਟਨੀਤੀਆਂ, ਵੀ ਪਾੜਾ ਪਾ ਦਿਓ, ਵਖਰੇਵੇਂ ਪੈਦਾ ਕਰ ਦਿਓ, ਭੇਦਵਾਦੀ ਬਿਰਤੀ ਬਣਾ ਦਿਓ, ਆਪਸ 'ਚ ਉਲਝੇ ਰਹਿਣ। ਇਦਾਂ ਸਰੋਪੇ ਪਾ ਕੇ ਕਈਆਂ ਨੂੰ ਲਾਲਚ ਦੇ ਕੇ ਵਿੱਚ ਪਾੜੇ ਪਵਾ ਦਿੱਤੇ।
ਸਿੰਘਾਂ ਦੇ ਉੱਤੇ ਜਿਸ ਪ੍ਰਕਾਰ ਇਹ ਸਖਤੀ ਦਾ ਦੌਰ ਹੈ, ਪਾਪੀ ਮੱਸਾ ਰੰਗੜ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਹੈ, ਸਰਦਾਰ ਸੁੱਖਾ ਸਿੰਘ, ਸਰਦਾਰ ਮਤਾਬ ਸਿੰਘ ਵਰਗੇ ਯੋਧਿਆਂ ਦਾ ਇਤਿਹਾਸ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਐ ਪੀਓ ਅਣਿਆਰੇ हे संतः कै सदा संग ਧਾਰਾ ਆਧਾਰ हे ठाकुर हों दासरो ਨਿਰਗੁਣ ਗੁਣ ਨਹੀਂ ਕੋਏ नानक दीजै नाम दान ਕੋਈ ਐ ਪਰੋਏ आए प्रभु शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਓਤ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु जी का खालसा वाहिगुरु जी की फतेह।